ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਿੱਧ ਗੋਸ਼ਟ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਇਸ ਪਾਵਨ ਬਾਣੀ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸੋਂ ਸਿੱਧਾਂ ਨੇ ਬਹੁਤ ਸਾਰੇ ਸਵਾਲ ਪੁੱਛੇ ਹਨ ਔਰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਸਿੱਧਾਂ ਦੇ ਸਵਾਲਾਂ ਦੇ ਉੱਤਰ ਦਿੱਤੇ ਹਨ ਔਰ ਆਪਣਾ ਜੋ ਮਤ ਹੈ ਉਹ ਪੇਸ਼ ਕੀਤਾ ਹੈ। ਕਿਉਂ ਮੂਲ ਪਛਾਣੈ ਆਤਮ ਜਾਣੈ, ਕਿਉਂ ਸਸ ਘਰ ਸੂਰ ਸਮਾਵੈ। ਇਹ ਪਾਵਨ ਪੰਕਤੀ 945 ਅੰਗ ਤੇ ਹੈ। ਸਿੱਧ ਸਵਾਲ ਕਰ ਰਹੇ ਨੇ, ਕਿਉਂ ਮੂਲ ਪਛਾਣੈ, ਕਿ ਜਗਤ ਦੇ ਮੂਲ ਨੂੰ ਕਿਵੇਂ ਬੰਦਾ ਪਛਾਣ ਲਵੇ। ਆਤਮ ਜਾਣੇ ਦਾ ਮਤਲਬ ਆਪਣੇ ਆਪੇ ਨੂੰ ਬੰਦਾ ਕਿਵੇਂ ਜਾਣੇ। ਕਿਉਂ ਸਸ ਘਰ ਸੂਰ ਸਮਾਵੇ। ਸਸ ਦਾ ਮਤਲਬ ਹੈ ਚੰਦਰਮਾ, ਘਰ ਦਾ ਮਤਲਬ ਘਰ ਵਿੱਚ, ਸੂਰ ਦਾ ਮਤਲਬ ਸੂਰਜ। ਤਾਂ ਚੰਦਰਮਾ ਦੇ ਘਰ ਵਿੱਚ ਸੂਰਜ ਕਿਵੇਂ ਟਿਕੇ। ਇਹ ਸਵਾਲ ਨੇ ਕਿ ਬੰਦਾ ਜਗਤ ਦੇ ਮੂਲ ਨੂੰ ਕਿਵੇਂ ਪਛਾਣੇ, ਆਪਣੇ ਆਪੇ ਨੂੰ ਕਿਵੇਂ ਜਾਣੇ ਔਰ ਚੰਦਰਮਾ ਦੇ ਘਰ ਵਿੱਚ ਸੂਰਜ ਕਿਵੇਂ ਟਿਕੇ। ਗੁਰਮੁਖ ਹਉਮੈ ਵਿੱਚੋਂ ਖੋਵੈ, ਤੋ ਨਾਨਕ ਸਹਿਜ ਸਮਾਵੈ। ਤਾਂ ਗੁਰੂ ਜੀ ਇਸ ਦਾ ਉੱਤਰ ਦੇ ਰਹੇ ਨੇ, ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਹ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰਦਾ ਹੈ ਤੇ ਤਦੋਂ ਉਹ ਸਹਿਜ ਦੇ ਅੰਦਰ ਸਮਾ ਜਾਂਦਾ ਹੈ। ਸਹਿਜ ਦਾ ਮਤਲਬ ਆਤਮਿਕ ਅਡੋਲਤਾ ਔਰ ਸਹਿਜ ਦਾ ਮਤਲਬ ਹੈ ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਅੰਦਰ ਸਮਾ ਜਾਣਾ। ਕਿਉਂਕਿ ਸੱਚੇ ਦੇ ਵਿੱਚ ਮਿਲਣਾ ਜਾਂ ਸੱਚ ਦੇ ਵਿੱਚ ਮਿਲਣਾ, ਸਚਿਆਰ ਹੋਣਾ ਹੀ ਸਾਡੀ ਜ਼ਿੰਦਗੀ ਦਾ ਗੋਲ ਹੈ ਕਿ ਅਸੀਂ ਮਨ, ਬਚਨ, ਕਰਮ ਕਰਕੇ ਸੱਚ ਦੇ ਅੰਦਰ ਕਿਵੇਂ ਸਮਾਣਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਆਪਣੀ ਹਉਮੈ ਨੂੰ ਖਤਮ ਕਰਦਾ ਹੈ। ਇਹ ਚੀਜ਼ਾਂ ਸਮਝਣ ਵਾਲੀਆਂ ਨੇ। ਹਉਮੈ ਖਤਮ ਕਰਨ ਦਾ ਮਤਲਬ ਹੈ ਆਪਣੇ ਮਨ ਦੀ ਮੱਤ ਨੂੰ ਖਤਮ ਕਰਨਾ, ਆਪ ਹੁਦਰਾਪਨ ਨੂੰ ਖਤਮ ਕਰਕੇ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ, ਗੁਰਮਤਿ ਆਸ਼ੇ ਅਨੁਸਾਰ ਜੀਵਨ ਜੀਣਾ। ਤਾਂ ਜਦੋਂ ਮਨੁੱਖ ਆਪਣੇ ਆਪੇ ਨੂੰ ਛੱਡਦਾ ਹੈ, ਆਪਣੀ ਹਉਮੈ ਨੂੰ ਗਵਾਉਂਦਾ ਹੈ, ਆਪਣੀ ਮਨ ਦੀ ਮੱਤ ਦਾ ਤਿਆਗ ਕਰਦਾ ਹੈ, ਗੁਰੂ ਦੇ ਤਾਂ ਜਿਹੜਾ ਇਹ ਬੰਦਾ ਹੈ, ਮਨੁੱਖ ਦਾ ਮਨ ਹੈ, ਇਹ ਆਤਮਿਕ ਅਡੋਲਤਾ ਦੇ ਅੰਦਰ ਟਿਕ ਜਾਂਦਾ ਹੈ। ਇਹ ਮਨ ਨਿਹਚਲ ਹਿਰਦੈ ਵਸੀਲੇ, ਗੁਰਮੁਖ ਮੂਲ ਪਛਾਣ ਰਹੇ। ਹੁਣ ਸਵਾਲ ਸੀ, ਕਿਉਂ ਮੂਲ ਪਛਾਣੇ, ਕਿ ਇਸ ਜਗਤ ਦੇ ਮੂਲ ਨੂੰ ਬੰਦਾ ਕਿਵੇਂ ਪਛਾਣੇ। ਔਰ ਪਹਿਲਾ ਇੱਕ ਸਵਾਲ ਸੀ ਕਿ ਇਹ ਮਨ ਕਿੱਥੇ ਰਹਿੰਦਾ ਹੈ। ਇਹ ਮਨ ਨਿਹਚਲ ਹਿਰਦੈ ਵਸੀਲੇ, ਗੁਰਮੁਖ ਮੂਲ ਪਛਾਣ ਰਹੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਮਨੁੱਖ ਗੁਰੂ ਦੇ ਹੁਕਮ ਤੇ ਚੱਲ ਕੇ ਜਗਤ ਦੇ ਮੂਲ ਪ੍ਰਭੂ ਨੂੰ ਪਛਾਣ ਲੈਂਦਾ ਹੈ ਤਾਂ ਇਹ ਅਡੋਲ ਹੋ ਕੇ ਹਿਰਦੇ ਦੇ ਅੰਦਰ ਟਿਕ ਜਾਂਦਾ ਹੈ, ਯਾਨੀ ਰੱਬ ਦੇ ਵਿੱਚ ਹੀ ਟਿਕ ਜਾਂਦਾ ਹੈ, ਆਪਣੇ ਆਪੇ ਦੇ ਅੰਦਰ ਹੀ ਸਮਾ ਜਾਂਦਾ ਹੈ। ਯਾਨੀ ਫਿਰ ਜਿਹੜਾ ਮਨ ਹੈ, ਉਹ ਬੰਦੇ ਦਾ ਮਨ ਭਟਕਦਾ ਨਹੀਂ, ਵਿਕਾਰਾਂ ਵੱਲ ਨਹੀਂ ਡੋਲਦਾ, ਉਹ ਸੱਚ ਦੇ ਅੰਦਰ ਸਦਾ ਵਾਸਤੇ ਸਮਾ ਜਾਂਦਾ ਹੈ, ਨਿਹਚਲ ਹੋ ਜਾਂਦਾ ਹੈ, ਹਿਰਦੇ ਦੇ ਅੰਦਰ ਆਪਣੇ ਆਪੇ ਦੇ ਅੰਦਰ ਟਿਕ ਜਾਂਦਾ ਹੈ। ਕਦੋਂ? ਗੁਰਮੁਖ ਮੂਲ ਪਛਾਣ ਰਹੇ, ਜਦੋਂ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਰੱਬ ਦੀ ਪਹਿਚਾਨ ਕਰ ਲੈਂਦਾ ਹੈ, ਮੂਲ ਦੀ ਪਛਾਣ ਕਰਦਾ ਹੈ, ਤੱਤ ਦੀ ਪਛਾਣ ਕਰਦਾ ਹੈ ਕਿ ਇਸ ਜਗਤ ਦਾ ਤੱਤ ਕੌਣ ਹੈ, ਮੂਲ ਕੌਣ ਹੈ। ਜਿਵੇਂ ਅਸੀਂ ਇਹਨਾਂ ਚੀਜ਼ਾਂ ਨੂੰ ਪਹਿਲਾਂ ਵਿਚਾਰ ਚੁੱਕੇ ਹਾਂ ਕਿ ਇੱਕ ਪ੍ਰਭੂ ਹੀ ਚਾਰ ਚੁਫੇਰੇ ਪਸਰਿਆ ਹੋਇਆ ਹੈ। ਜਦੋਂ ਉਹਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ ਤਾਂ ਫਿਰ ਉਸ ਪ੍ਰਭੂ ਦੇ ਅੰਦਰ, ਸੱਚ ਦੇ ਅੰਦਰ, ਰੱਬੀ ਗੁਣਾਂ ਦੇ ਅੰਦਰ ਸਦਾ ਵਾਸਤੇ ਮਨ ਟਿਕ ਜਾਂਦਾ ਹੈ। ਨਾਭ ਪਵਨ ਘਰ ਆਸਣ ਬੈਸੈ, ਗੁਰਮੁਖ ਖੋਜਤ ਤਤ ਲਹੈ। ਇਹ ਚੀਜ਼ ਥੋੜੀ ਸਮਝਣ ਵਾਲੀ ਹੈ। ਨਾਭ ਪਵਨ, ਆਸਣ ਬੈਸੇ ਦਾ ਮਤਲਬ ਆਸਣ ਉੱਤੇ ਬੈਠਦਾ ਹੈ। ਨਾਭ ਦਾ ਮਤਲਬ ਹੈ ਨਾਭੀ, ਯਾਨੀ ਜੋ ਸਵਾਸ ਹੈ ਉਹ ਨਾਭੀ ਰੂਪ ਘਰ ਵਿੱਚ ਬੈਠਦਾ ਹੈ। ਮੰਨਿਆ ਜਾਂਦਾ ਹੈ ਕਿ ਜੋ ਸਵਾਸ ਨੇ ਉਹ ਨਾਭੀ ਤੋਂ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ, ਜਿਹਨੂੰ ਅਸੀਂ ਪੰਜਾਬੀ ਵਿੱਚ ਧੁੰਨੀ ਕਹਿੰਦੇ ਹਾਂ। ਨਾਭੀ ਤੋਂ ਸ਼ੁਰੂਆਤ ਹੁੰਦੀ ਹੈ ਔਰ ਇਸ ਗੱਲ ਨੂੰ
ਪ੍ਰੂਵ ਵੀ ਕੀਤਾ ਜਾਂਦਾ ਹੈ ਕਿ ਜਦੋਂ ਬੱਚਾ ਮਾਂ ਦੇ ਗਰਭ ਵਿੱਚ ਹੈ ਤਾਂ ਉਹਨੂੰ ਪੂਰੀ ਦੀ ਪੂਰੀ ਜੋ ਖੁਰਾਕ ਹੈ ਉਹ ਨਾੜਵੇ ਰਾਹੀਂ ਹੀ ਮਿਲਦੀ ਹੈ, ਖੂਨ ਵਗੈਰਾ ਔਰ ਆਕਸੀਜਨ ਵਗੈਰਾ ਵੀ ਉਹਨੂੰ ਉੱਥੋਂ ਹੀ ਸਾਰਾ ਕੁਝ ਮਿਲ ਰਿਹਾ ਹੁੰਦਾ ਹੈ, ਸਵਾਸ ਵਗੈਰਾ। ਤੇ ਜਦੋਂ ਬੱਚਾ ਜਨਮ ਲੈਂਦਾ ਹੈ, ਸਵਾਸ ਲੈਣੇ ਉਦੋਂ ਸ਼ੁਰੂ ਕਰਦਾ ਹੈ। ਤਾਂ ਸਵਾਸ ਜੋ ਨੇ ਨਾਭੀ ਰੂਪ ਘਰ ਵਿੱਚ ਆਸਨ ਤੇ ਬੈਠਦਾ ਹੈ, ਭਾਵ ਕਿ ਪ੍ਰਾਣਾਂ ਦਾ ਆਰੰਭ ਨਾਭੀ ਤੋਂ ਹੁੰਦਾ ਮੰਨਿਆ ਗਿਆ ਹੈ। ਗੁਰਮੁਖ ਖੋਜਤ ਤਤ ਲਹਿ, ਗੁਰੂ ਦੀ ਰਾਹੀਂ ਜਦੋਂ ਬੰਦਾ ਖੋਜਦਾ ਨਾ, ਫਿਰ ਉਸ ਤੱਤ ਨੂੰ ਲੱਭ ਲੈਂਦਾ ਹੈ, ਫਿਰ ਅਸਲੀਅਤ ਨੂੰ ਪਾਉਂਦਾ ਹੈ। ਕਿਉਂ ਮੂਲ ਪਛਾਣੇ, ਸਵਾਲ ਸੀ ਨਾ ਕਿ ਮੂਲ ਦੀ ਪਛਾਣ ਕਿਵੇਂ ਕਰੇ, ਮੂਲ ਦੀ ਪਛਾਣ, ਤੱਤ ਦੀ ਪਛਾਣ ਕਿਵੇਂ ਹੋਵੇ, ਅਸਲੀਅਤ ਦਾ ਕਿਵੇਂ ਪਤਾ ਲੱਗੇ। ਤਾਂ ਗੁਰੂ ਜੀ ਕਹਿੰਦੇ ਨੇ ਗੁਰਮੁਖ ਖੋਜੇ। ਗੁਰਮੁਖ ਦਾ ਮਤਲਬ ਹੈ ਗੁਰੂ ਦੇ ਰਾਹੀਂ, ਗੁਰੂ ਤੋਂ ਗਿਆਨ ਦੀ ਦਾਤ ਲੈ ਕੇ, ਗੁਰੂ ਗਿਆਨ ਮੁਤਾਬਕ ਜਦੋਂ ਇਹ ਜ਼ਿੰਦਗੀ ਜੀਂਦਾ ਹੈ ਤਾਂ ਇਹ ਤੱਤ ਨੂੰ ਸਮਝ ਲੈਂਦਾ ਹੈ, ਇਹਨੂੰ ਅਸਲੀਅਤ ਦੀ ਸਮਝ ਆ ਜਾਂਦੀ ਹੈ। ਹੁਣ ਇਹ ਜਿਹੜੀ ਚੀਜ਼ ਹੈ ਨਾ, ਇਧਰ ਸਾਨੂੰ ਖਾਸ ਕਰਕੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਗੁਰੂ ਦੇ ਗਿਆਨ ਰਾਹੀਂ ਅਸੀਂ ਖੋਜ ਕਰਨੀ ਹੈ। ਜਦੋਂ ਖੋਜਾਂਗੇ, ਸਮਝਾਂਗੇ ਗੁਰੂ ਗਿਆਨ ਨੂੰ ਔਰ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵਾਂਗੇ ਤੇ ਮੂਲ ਦਾ ਤੱਤ ਦਾ ਪਤਾ ਲੱਗ ਜਾਏਗਾ। ਸਾਡੀ ਜਿਹੜੀ ਭੁੱਲ ਹੈ ਆਮ ਬੰਦੇ ਦੀ, ਉਹ ਇਹ ਰਹੀ ਕਿ ਅਸੀਂ ਬੰਦਿਆਂ ਦੇ ਕਹੇ ਮੁਤਾਬਕ ਚੱਲਦੇ ਰਹੇ। ਕਿਸੇ ਬਾਬੇ ਨੇ ਕੁਝ ਕਹਿ ਦਿੱਤਾ, ਅਸੀਂ ਉਹ ਗੱਲ ਮੰਨ ਲਈ। ਕਿਸੇ ਪ੍ਰਚਾਰਕ ਵੀਰ ਨੇ, ਮੇਰੇ ਵਰਗੇ ਨੇ ਕੁਝ ਕਹਿ ਦਿੱਤਾ, ਅਸੀਂ ਉਹ ਚੀਜ਼ ਮੰਨ ਲਈ ਕਿ ਇਹ ਐਵੇਂ ਐਵੇਂ। ਹੁਣ ਆਪ ਅਸੀਂ ਬਾਣੀ ਦੇ ਬੇਸ ਤੇ ਨਹੀਂ ਸੋਚਿਆ ਔਰ ਉਸ ਚੀਜ਼ ਨੂੰ ਗੁਰਬਾਣੀ ਦੇ ਬੇਸ ਤੇ ਅਸੀਂ ਪਰਖਿਆ, ਜਾਚਿਆ ਨਹੀਂ। ਕਸਵੱਟੀ ਸੀ ਗੁਰਬਾਣੀ, ਤੇ ਜੋ ਗੁਰੂ ਦੀ ਦੱਸੀ ਮਤ ਅਨੁਸਾਰ ਜ਼ਿੰਦਗੀ ਜੀਵੇਗਾ ਨਾ, ਉਹ ਅਸਲੀਅਤ ਨੂੰ ਸਮਝ ਲਵੇਗਾ ਕਿ ਅਸਲੀਅਤ ਵਾਸਤਵ ਵਿੱਚ ਕੀ ਹੈ। ਤਾਂ ਹਕੀਕਤ ਔਰ ਅਸਲੀਅਤ ਤਾਂ ਇਹ ਹੈ ਕਿ ਇੱਕ ਪ੍ਰਭੂ ਹੀ ਚਾਰ ਚਫੇਰੇ ਫੈਲਿਆ ਹੋਇਆ ਹੈ, ਜਿਸ ਨੂੰ ਗੁਰੂ ਜੀ ਨੇ ਬਹੁਤ ਆਸਾਨ ਭਾਸ਼ਾ ਦੇ ਵਿੱਚ ਸਮਝਾਇਆ ਹੈ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਗੁਰੂ ਜੀ ਨੇ ਸਾਨੂੰ ਥਾਂ ਪਰ ਥਾਂ ਸਮਝਾਇਆ ਹੈ ਕਿ ਨਿਰਗੁਣ ਸਰਗੁਣ ਨਿਰੰਕਾਰ ਉਹ ਆਪ ਇੱਕ ਹੀ ਏਕੇ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਗੁਰੂ ਜੀ ਨੇ ਸਾਨੂੰ ਥਾਂ ਪਰ ਥਾਂ ਸਮਝਾਇਆ ਹੈ ਕਿ ਜਲ ਥਲ ਮਹੀਲ ਪੂਰਿਆ, ਜਾਂ ਕੁਦਰਤ ਕਰਕੇ ਵਸਿਆ ਸੋਏ। ਇਸ ਅਸਲੀਅਤ ਦਾ ਸਮਝ ਬੰਦੇ ਨੂੰ ਆ ਜਾਂਦੀ ਹੈ ਜਦੋਂ ਮਨੁੱਖ ਗੁਰੂ ਦੇ ਗਿਆਨ ਰਾਹੀਂ ਜ਼ਿੰਦਗੀ ਜੀਂਦਾ ਹੈ। ਤਾਂ ਇਹ ਜੋਗੀ ਜਨੋ ਗੁਰੂ ਦੇ ਦੱਸੇ ਰਾਹ ਤੇ ਗੁਰੂ ਗਿਆਨ ਮੁਤਾਬਕ ਸੋਚ ਬਣਾ ਕੇ ਹੀ ਉਸ ਤੱਤ ਨੂੰ, ਮੂਲ ਨੂੰ, ਅਸਲੀਅਤ ਨੂੰ ਸਮਝਿਆ ਜਾ ਸਕਦਾ ਹੈ। ਉਸ ਤੱਤ ਨੂੰ ਪਛਾਣਨ ਵਾਸਤੇ, ਸਮਝਣ ਵਾਸਤੇ ਵਾਧੂ ਦੀਆਂ ਬਾਹਰੀ ਸਮਾਧੀਆਂ ਲਾਉਣ ਦੀ, ਗੁਫਾਵਾਂ ਵਿੱਚ ਵੜਨ ਦੀ ਜਾਂ ਭੋਰਿਆਂ ਵਿੱਚ ਵੜਨ ਦੀ, ਪਹਾੜਾਂ ਤੇ ਚੜਨ ਦੀ, ਵਰਤਨ ਰਾਤੇ ਸਰਾਧਾਂ ਦੀ ਜ਼ਰੂਰਤ ਨਹੀਂ ਹੈ। ਗੁਰੂ ਗਿਆਨ ਮੁਤਾਬਕ ਸਮਝਣ ਦੀ ਲੋੜ ਹੈ। ਤਾਂ ਜਦੋਂ ਬੰਦਾ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਂਦਾ ਹੈ, ਇਹਦੇ ਅੰਦਰ ਕਾਮਨ ਸੈਂਸ ਪੈਦਾ ਹੁੰਦੀ ਹੈ, ਇਹਨੂੰ ਵਿਵੇਕ ਬੁੱਧ ਮਿਲਦੀ ਹੈ। ਉਸ ਵਿਵੇਕ ਬੁੱਧ ਦੇ ਨਾਲ ਫਿਰ ਬੰਦਾ ਉਸ ਤੱਤ ਨੂੰ, ਮੂਲ ਨੂੰ, ਅਸਲੀਅਤ ਨੂੰ ਸਮਝ ਲੈਂਦਾ ਹੈ। ਸੋ ਸ਼ਬਦ ਨਿਰੰਤਰ ਨਿਜ ਕਰ ਆਛੈ, ਤ੍ਰਿਪਵਨ ਜੋਤ ਸੋ ਸ਼ਬਦ ਲਹਿ। ਇਹ ਵਿਸ਼ਰਾਮ ਫਿਰ ਸੁਣ ਲੋ। ਸੋ ਸ਼ਬਦ ਨਿਰੰਤਰ ਨਿਜ ਕਰ ਆਛੈ, ਤ੍ਰਿਪਵਨ ਜੋਤ ਸੋ ਸ਼ਬਦ ਲਹਿ। ਇਹਨੂੰ ਤਿਰਪਵਨ ਨਹੀਂ ਪੜਨਾ, ਤ੍ਰੀ ਕਰਕੇ ਬੋਲਣਾ ਹੈ। ਤੱਤੇ ਦੇ ਪੈਰ ਥੱਲੇ ਅੱਧਾ ਰਾਰਾ ਹੈ, ਤ੍ਰਿਪਵਨ। ਤਾਂ ਉਹ ਸ਼ਬਦ ਕਿੱਥੇ ਹੈ? ਸਵਾਲ ਸੀ ਨਾ ਪਿੱਛੇ ਕਿ ਸ਼ਬਦ ਕਿੱਥੇ ਵਸਦਾ ਹੈ, ਜਿਸ ਤਰ੍ਹਾਂ ਹੀ ਸੰਸਾਰ ਸਾਗਰ ਤੋਂ ਤਰਿਆ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੋ ਸ਼ਬਦ ਨਿਰੰਤਰ। ਨਿਰੰਤਰ ਦਾ ਮਤਲਬ ਲਗਾਤਾਰ। ਉਹ ਸ਼ਬਦ ਜਿਸ ਤਰ੍ਹਾਂ ਹੀ ਸੰਸਾਰ ਸਾਗਰ ਤੋਂ ਤਰੀਦਾ ਹੈ, ਉਹ ਲਗਾਤਾਰ ਹੈ, ਲਗਾਤਾਰ ਚਾਰ ਚਫੇਰੇ ਫੈਲਿਆ ਹੋਇਆ ਹੈ। ਔਰ ਇੱਕ ਰਸ ਆਪਣੇ ਅਸਲ ਘਰ ਵਿੱਚ, ਆਛੇ ਦਾ ਮਤਲਬ ਹੈ, ਆਛੇ ਦਾ ਮਤਲਬ ਹੈ ਨਿਜ ਘਰ ਦਾ ਮਤਲਬ ਆਪਣੇ ਅਸਲੇ ਵਿੱਚ, ਸੁਨ ਪ੍ਰਭੂ ਦੇ ਅੰਦਰ ਟਿਕਦਾ ਹੈ। ਯਾਨੀ ਜਿਵੇਂ ਪ੍ਰਭੂ ਚਾਰ ਚਫੇਰੇ ਫੈਲਿਆ ਹੋਇਆ ਨਾ, ਜਲ ਥਲ ਮਹੀਲ ਪੂਰਿਆ, ਉਵੇਂ ਹੀ ਰੱਬੀ ਹੁਕਮ ਵੀ ਚਾਰ ਚਫੇਰੇ ਫੈਲਿਆ ਹੋਇਆ ਹੈ। ਇੱਥੇ ਸ਼ਬਦ ਦਾ ਮਤਲਬ ਹੁਕਮ, ਤੇ ਉਸ ਹੁਕਮ ਦੇ ਅੰਦਰ ਰਹਿ ਕੇ ਹੀ ਸੰਸਾਰ ਸਾਗਰ ਤੋਂ ਤਰਿਆ ਜਾ ਸਕਦਾ ਹੈ।
ਹੁਕਮ ਦੇ ਅੰਦਰ ਚੱਲ ਕੇ ਹੀ ਸੰਸਾਰ ਦੀ ਅਸਲੀਅਤ ਨੂੰ ਜਾਣਿਆ ਜਾ ਸਕਦਾ ਹੈ। ਹੁਕਮ ਦੇ ਅੰਦਰ ਚੱਲ ਕੇ ਹੀ ਸੁਖ ਸ਼ਾਂਤੀ ਆਨੰਦ ਖੇੜਾ ਔਰ ਪ੍ਰਸੰਨਤਾ ਨੂੰ ਮਾਣਿਆ ਜਾ ਸਕਦਾ ਹੈ। ਤੇ ਹੁਕਮ ਜਿਹੜਾ ਹੈ ਚਾਰ ਚੁਫੇਰੇ ਫੈਲਿਆ ਹੋਇਆ ਹੈ। ਜਗਤ ਦਾ ਜੋ ਕਣ ਕਣ ਹੈ ਉਹ ਹੁਕਮ ਦੇ ਅੰਦਰ ਕੰਮ ਕਰ ਰਿਹਾ ਹੈ। ਤੇ ਹੁਕਮ ਬਾਰੇ ਆਪ ਨੂੰ ਪਤਾ ਹੈ। ਜਦੋਂ ਹੁਕਮ ਨੂੰ ਸਿਸਟਮ ਕਹਿ ਕੇ ਸਮਝੋਗੇ ਤਾਂ ਇਹ ਗੱਲ ਸਾਨੂੰ ਬਿਲਕੁਲ ਸਮਝ ਆ ਜਾਏਗੀ ਕਿ ਦੁਨੀਆ ਦੇ ਹਰ ਕੋਨੇ ਦੇ ਉੱਤੇ ਜਿਹੜਾ ਪੂਰੇ ਦਾ ਪੂਰਾ ਸੰਸਾਰ ਹੈ ਉਹ ਲਾ ਆਫ ਨੇਚਰ ਦੇ ਅੰਦਰ ਕੰਮ ਕਰ ਰਿਹਾ ਹੈ। ਹਰ ਚੀਜ਼ ਕਿਸੇ ਨਾ ਕਿਸੇ ਸਿਸਟਮ ਦੇ ਅੰਦਰ ਕੰਮ ਕਰ ਰਹੀ ਹੈ। ਸਿਸਟਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ, ਨਾ ਸਿਸਟਮ ਤੋਂ ਬਾਹਰ ਸੋਚਿਆ ਜਾ ਸਕਦਾ ਹੈ। ਸਿਸਟਮ ਅਨੁਸਾਰ ਚੱਲ ਕੇ ਹੀ ਕੁਝ ਵਿਕਾਸ ਜਿਹੜਾ ਹੈ ਕੀਤਾ ਜਾ ਸਕਦਾ ਹੈ। ਤ੍ਰਿਭਵਨ ਜੋਤ ਸੋ ਸ਼ਬਦ ਲਹਿ, ਸ਼ਬਦ ਦੇ ਰਾਹੀਂ ਤ੍ਰਿਭਵਨ ਦਾ ਮਤਲਬ ਜੋ ਤਿੰਨਾਂ ਹੀ ਲੋਕਾਂ ਦੇ ਅੰਦਰ ਸੁਆਮੀ ਵਿਆਪਕ ਹੈ, ਉਹਨੂੰ ਗੁਰੂ ਦੇ ਸ਼ਬਦ ਰਾਹੀਂ ਹੀ ਸਮਝਿਆ ਜਾ ਸਕਦਾ ਹੈ। ਮਨੁੱਖ ਉਸ ਸ਼ਬਦ ਦੇ ਰਾਹੀਂ ਹੀ ਤ੍ਰਿਲੋਕੀ ਵਿੱਚ ਵਿਆਪਕ ਪ੍ਰਭੂ ਦੀ ਜੋਤ ਨੂੰ ਲੱਭਦਾ ਹੈ। ਤ੍ਰਿਭਵਨ ਜੋਤ ਸੋ ਸ਼ਬਦ ਲਹਿ, ਸ਼ਬਦ ਦੇ ਦੱਦੇ ਨਾਲ ਸਿਹਾਰੀ ਹੈ। ਸ਼ਬਦ ਰਾਹੀਂ, ਸ਼ਬਦ ਰਾਹੀਂ, ਹੁਕਮ ਰਾਹੀਂ ਉਸ ਤ੍ਰਿਭਵਨ ਜੋਤ ਨੂੰ ਸਮਝਿਆ ਜਾ ਸਕਦਾ ਹੈ, ਪ੍ਰਾਪਤ ਕੀਤਾ ਜਾ ਸਕਦਾ ਹੈ ਹੁਕਮ ਦੇ ਅੰਦਰ ਰਹਿ ਕੇ। ਤੇ ਉਸ ਹੁਕਮ ਦੀ ਜੋ ਸੂਝ ਹੈ ਗੁਰੂ ਗਿਆਨ ਰਾਹੀਂ ਸਾਨੂੰ ਮਿਲੇਗੀ। ਤੇ ਉਹ ਹੁਕਮ ਜੋ ਪ੍ਰਭੂ ਦਾ ਹੈ, ਜਿਸ ਰਾਹੀਂ ਸੰਸਾਰ ਸਾਗਰ ਤੋਂ ਪਾਰ ਉਤਰਨਾ ਹੈ, ਜਗਤ ਦੇ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ ਔਰ ਉਹ ਪ੍ਰਭੂ ਦੇ ਅੰਦਰ ਹੀ ਟਿਕਿਆ ਹੋਇਆ ਹੈ, ਭਾਵ ਕਿ ਪ੍ਰਭੂ ਦੀ ਤਰ੍ਹਾਂ ਹੀ ਸਰਬ ਵਿਆਪਕ ਹੈ। ਖਾਵੇ ਦੁਖ ਭੂਖ ਸਾਚੇ ਕੀ, ਸਾਚੇ ਹੀ ਤ੍ਰਿਪਤਾਸ ਰਹੇ। ਖਾਵੇ ਦੁੱਖ ਦਾ ਮਤਲਬ ਉਹ ਦੁੱਖਾਂ ਨੂੰ ਖਾ ਲੈਂਦਾ ਹੈ। ਕੌਣ? ਭੂਖ ਸਾਚੇ ਕੀ, ਜਦੋਂ ਸੱਚੇ ਪ੍ਰਭੂ ਨੂੰ ਮਿਲਣ ਦੀ ਤਾਂਘ ਵੱਧਦੀ ਹੈ ਨਾ, ਭੁੱਖ ਲੱਗਦੀ ਹੈ, ਉਸ ਭੁੱਖ ਰਾਹੀਂ ਸਾਰੇ ਜਿਹੜੇ ਦੁੱਖ ਨੇ ਉਹ ਖਾਦੇ ਜਾਂਦੇ ਨੇ। ਸਾਚੇ ਹੀ ਤ੍ਰਿਪਤਾਸ ਰਹੇ, ਤੇ ਸੱਚੇ ਰਾਹੀਂ ਜਿਹੜਾ ਇਨਸਾਨ ਹੈ ਉਹ ਤ੍ਰਿਪਤ ਹੋ ਜਾਂਦਾ ਹੈ। ਸੱਚ ਰਾਹੀਂ, ਸੱਚੇ ਰੱਬ ਦੇ ਅੰਦਰ ਮਿਲ ਕੇ ਜਦੋਂ ਬੰਦਾ ਆਪਣੀ ਸੁਰਤ ਨੂੰ ਰੱਬੀ ਗੁਣਾਂ ਦੇ ਅੰਦਰ ਮਿਲਾ ਦਿੰਦਾ ਹੈ ਤਾਂ ਬੰਦੇ ਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ, ਬੰਦਾ ਤ੍ਰਿਪਤ ਹੋ ਜਾਂਦਾ ਹੈ। ਹੁਣ ਦੇਖੋ, ਸਾਡੀ ਜ਼ਿੰਦਗੀ ਵਿੱਚ ਦੁੱਖ ਨੇ ਜੋ ਸਾਨੂੰ ਇੱਥੋਂ ਜੀਵਨ ਲਈ ਜਾਚ ਮਿਲ ਰਹੀ ਹੈ, ਜੋ ਗੁਰੂ ਜੀ ਜੋਗੀਆਂ ਨੂੰ ਸਮਝਾ ਰਹੇ ਨੇ, ਪੂਰੇ ਸੰਸਾਰ ਵਾਸਤੇ ਸਾਂਝਾ ਉਪਦੇਸ਼ ਹੈ। ਹਰ ਬੰਦੇ ਦੇ ਜੀਵਨ ਦੇ ਅੰਦਰ ਕੋਈ ਨਾ ਕੋਈ ਦੁੱਖ, ਕੋਈ ਨਾ ਕੋਈ ਪਰੇਸ਼ਾਨੀ ਆਉਂਦੀ ਰਹਿੰਦੀ ਹੈ। ਤੇ ਉਹਨਾਂ ਦੁੱਖਾਂ ਔਰ ਪਰੇਸ਼ਾਨੀਆਂ ਦਾ ਕਾਰਨ ਸਾਡਾ ਕਿਤੇ ਆਪ ਖੁਦਰਾਪਨ ਹੁੰਦਾ ਹੈ, ਕਿਤੇ ਸਿਸਟਮ ਨੂੰ ਤੋੜਨਾ ਹੁੰਦਾ ਹੈ, ਕਿਤੇ ਸਾਡੀ ਜ਼ਿੰਦਗੀ ਵਿੱਚ ਕੋਈ ਔਗਣ ਹੁੰਦਾ ਹੈ, ਕਿਤੇ ਨਾ ਕਿਤੇ ਕੋਈ ਨੈਗੇਟਿਵਿਟੀ ਹੁੰਦੀ ਹੈ, ਜਿਸ ਕਰਕੇ ਉਹ ਦੁੱਖ ਆਉਂਦੇ ਨੇ। ਉਹਨਾਂ ਦਾ ਕਾਰਨ ਹੈ ਕੋਈ ਨਾ। ਔਰ ਸਾਰੇ ਜਿਹੜੇ ਦੁੱਖ ਨੇ ਨਾ, ਉਹ ਕਿਸੇ ਨਾ ਕਿਸੇ ਔਗਣ ਦੇ ਨਾਲ ਰਿਲੇਟਡ ਨੇ, ਕਿਸੇ ਨੈਗੇਟਿਵਿਟੀ ਦੇ ਨਾਲ ਰਿਲੇਟਡ ਨੇ, ਕੋਈ ਹੁਕਮ ਸਿਸਟਮ ਟੁੱਟਣ ਦੇ ਨਾਲ ਦੁੱਖ ਆਉਂਦੇ ਨੇ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭੂਖ ਸਾਚੇ ਕੀ, ਜੇ ਅੰਦਰ ਸੱਚੇ ਦੀ ਭੁੱਖ ਲੱਗ ਜਾਏ, ਸ਼ੁਭ ਗੁਣਾਂ ਦੀ ਅੰਦਰ ਤਾਂਘ ਪੈਦਾ ਹੋ ਜਾਏ, ਤੇ ਬੰਦਾ ਸੱਚ ਦਾ ਔਰ ਸ਼ੁਭ ਗੁਣਾਂ ਦਾ ਧਾਰਨੀ ਹੋ ਜਾਏ, ਤਾਂ ਦੁੱਖ ਜਿਹੜੇ ਨੇ ਉਹ ਖਤਮ ਹੋ ਜਾਣਗੇ। ਜਿਵੇਂ ਅਸੀਂ ਰਹਿਰਾਸ ਵਿੱਚ ਵੀ ਰੋਜ਼ ਪੜ੍ਹਦੇ ਨਾ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਆਂ ਦੁੱਖ। ਜੇ ਸੱਚੇ ਨਾਮ ਦੀ, ਰੱਬੀ ਹੁਕਮ ਵਿੱਚ ਜੀਵਨ ਜੀਣ ਦੀ ਭੁੱਖ ਪੈਦਾ ਹੋ ਜਾਏ ਤਾਂ ਉਸ ਹੁਕਮ ਦੇ ਅੰਦਰ ਤੁਰਿਆ ਸਾਰੇ ਦੁੱਖ ਮਿਟ ਜਾਣਗੇ। ਇਸ ਲਈ ਸਾਡੀ ਜ਼ਿੰਦਗੀ ਦੇ ਅੰਦਰ ਤਾਂਘ ਪੈਦਾ ਹੋਣੀ ਚਾਹੀਦੀ ਹੈ ਸ਼ੁਭ ਗੁਣਾਂ ਦੀ, ਸੱਚ ਦੀ। ਇਹ ਆਪਾਂ ਵਿਚਾਰ ਹਰ ਰੋਜ਼ ਹੀ ਕਰ ਰਹੇ ਹਾਂ ਔਰ ਹੈ ਵੀ ਯੂਨੀਵਰਸਲ ਟਰੁੱਥ ਹੈ ਕਿ ਜੇ ਇਨਸਾਨੀ ਜ਼ਿੰਦਗੀ ਵਿੱਚ, ਸੋਚ ਵਿੱਚ ਔਰ ਸੁਭਾਅ ਦੇ ਅੰਦਰ, ਬੋਲ ਵਿੱਚ, ਵਿਹਾਰ ਵਿੱਚ ਸ਼ੁਭ ਗੁਣ ਆ ਜਾਣ ਸਾਰਿਆਂ ਦੇ, ਤਾਂ ਜੀਵਨ ਵਿੱਚ ਦੁੱਖ ਤੇ ਹੈ ਹੀ ਨਹੀਂ। ਰੱਬ ਨੇ ਇਸ ਜਗਤ ਵਿੱਚ ਦੁੱਖ ਨਹੀਂ ਪੈਦਾ ਕੀਤੇ, ਸਿਰਫ ਰੱਬ ਤੋਂ ਦੂਰ ਹੋਣ ਦੇ ਨਾਲ ਦੁੱਖ ਪੈਦਾ ਹੋ ਜਾਂਦੇ ਨੇ, ਬੰਦਾ ਆਪ ਕਰ ਲੈਂਦਾ ਹੈ। ਜਿਵੇਂ ਬਲਬ ਤੇ ਚਾਨਣਾ ਹੀ ਦੇ ਰਿਹਾ ਨਾ, ਤੇ ਜੇ ਕੋਈ ਬਲਬ ਵੱਲ ਪਿੱਛਾ ਕਰ ਦੇਵੇ ਤੇ ਅੱਗੇ ਹਨੇਰਾ ਹੋ ਜਾਏਗਾ। ਇਹਦੇ ਵਿੱਚ ਬਲਬ ਦਾ ਕੋਈ ਦੋਸ਼ ਨਹੀਂ, ਦੀਵੇ ਦਾ ਕੋਈ ਦੋਸ਼ ਨਹੀਂ, ਦੋਸ਼ ਤੇ ਆਪਣਾ ਹੈ ਕਿ ਬਲਬ ਵੱਲ ਜਾਂ ਚਾਨਣੇ ਵੱਲ ਪਿੱਠ ਕਰ ਲਈ ਹੈ। ਇਸ ਲਈ ਜਦੋਂ ਸਾਡੀ ਯਾਦ ਵਿੱਚੋਂ ਰੱਬ ਭੁੱਲ ਜਾਂਦਾ ਹੈ, ਉਦੋਂ ਸਾਡੇ ਜੀਵਨ ਦੇ ਅੰਦਰ ਦੁੱਖ ਆ ਜਾਂਦੇ ਨੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮੇਸ਼ਰ ਦਾ ਮਤਲਬ ਰੱਬ ਦੇ ਗੁਣ। ਜਦੋਂ ਸੱਚ ਭੁੱਲ ਜਾਂਦਾ ਹੈ, ਰੱਬੀ ਗੁਣ ਭੁੱਲ ਜਾਂਦੇ ਨੇ, ਉਦੋਂ ਸਾਰੇ ਦੁੱਖ ਘੇਰ ਲੈਂਦੇ ਨੇ।
ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹ ਯੋਗੀ ਜਨੋ ਸੰਸਾਰ ਨੂੰ ਛੱਡ ਕੇ, ਗ੍ਰਸਥ ਨੂੰ ਤਿਆਗ ਕੇ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ। ਮਾਲਾਵਾਂ ਫੇਰਨ ਦੀ, ਸਮਾਧੀਆਂ ਲਾਉਣ ਦੀ, ਇਸ ਚੀਜ਼ ਦੀ ਜ਼ਰੂਰਤ ਨਹੀਂ ਹੈ। ਜ਼ਰੂਰਤ ਹੈ ਕਿ ਆਪਣੀ ਜ਼ਿੰਦਗੀ ਅੰਦਰ ਸ਼ੁਭ ਗੁਣਾਂ ਦੀ ਤਾਂਘ ਪੈਦਾ ਕਰੋ, ਸੱਚ ਦੇ ਧਾਰਨੀ ਹੋ, ਸੱਚ ਦੇ ਨਾਲ ਆਪਣੀ ਸੁਰਤ ਨੂੰ, ਸੋਚ ਨੂੰ ਮਿਲਾ ਦਿਓ, ਤਾਂ ਬੰਦੇ ਦੀ ਜ਼ਿੰਦਗੀ ਵਿੱਚ ਤ੍ਰਿਪਤੀ ਆ ਜਾਂਦੀ ਹੈ ਤੇ ਉਹ ਬੰਦਾ ਸਦਾ ਲਈ ਸ਼ਾਂਤ ਹੋ ਜਾਂਦਾ ਹੈ। ਅਨਹਦ ਬਾਣੀ ਗੁਰਮੁਖ ਜਾਣੀ, ਬਿਰਲੋ ਕੋ ਅਰਥਾਵੇ। ਹੁਣ ਜਿਹਨੂੰ ਕਹਿ ਰਹੇ ਨੇ ਨਾ ਭੂਖ ਸਾਚੇ ਕੀ, ਇਹਨੂੰ ਅੱਗੇ ਕਹਿ ਰਹੇ ਨੇ ਅਨਹਦ ਬਾਣੀ। ਅਨਹਦ ਦਾ ਮਤਲਬ ਲਗਾਤਾਰ, ਬਾਣੀ ਦਾ ਮਤਲਬ ਸਿਫਤ ਸਲਾਹ, ਰੱਬ ਦੀ ਜੋ ਸਿਫਤ ਸਲਾਹ ਹੈ। ਗੁਰਮੁਖ ਜਾਣੀ ਦਾ ਮਤਲਬ ਗੁਰੂ ਰਾਹੀਂ ਜਾਣੀ ਜਾਂਦੀ ਹੈ। ਬਿਰਲੋ ਕੋ ਅਰਥਾਵੇ, ਅਰਥਾਵੇ ਦਾ ਮਤਲਬ ਅਰਥ ਸਮਝਦਾ ਹੈ, ਯਾਨੀ ਅਸਲੀਅਤ ਨੂੰ ਜਾਣਦਾ ਹੈ। ਤਾਂ ਇਹ ਜੋ ਲਗਾਤਾਰ ਰੱਬ ਦੀ ਸਿਫਤ ਸਲਾਹ ਹੈ, ਇਹਨੂੰ ਗੁਰੂ ਰਾਹੀਂ ਜਾਣਿਆ ਜਾਂਦਾ ਹੈ। ਔਰ ਇਸ ਚੀਜ਼ ਨੂੰ ਵਿਰਲਾ ਬੰਦਾ ਕੋਈ ਸਮਝਦਾ ਹੈ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਜੋ ਗੁਰੂ ਦੀ ਮੱਤ ਦਾ ਧਾਰਨੀ ਹੋ ਜਾਂਦਾ ਹੈ ਨਾ, ਉਹ ਇਸ ਚੀਜ਼ ਨੂੰ ਸਮਝ ਲੈਂਦਾ ਹੈ। ਔਰ ਉਹ ਜੋ ਲਗਾਤਾਰ ਸਿਫਤ ਸਲਾਹ ਦੀ ਬਾਣੀ ਹੈ ਨਾ, ਉਹਦੇ ਨਾਲ ਜੁੜ ਜਾਂਦਾ ਹੈ, ਸ਼ੁਭ ਗੁਣਾਂ ਦੇ ਨਾਲ ਜੁੜ ਜਾਂਦਾ ਹੈ। ਉਹਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ ਕਿ ਲਗਾਤਾਰ ਜਗਤ ਦੇ ਅੰਦਰ ਰੱਬ ਦਾ ਹੁਕਮ ਸਿਸਟਮ ਕੰਮ ਕਰ ਰਿਹਾ ਹੈ। ਉਹਨੂੰ ਇਸ ਚੀਜ਼ ਦਾ ਗਿਆਨ ਹੋ ਜਾਂਦਾ ਹੈ ਕਿ ਜਗਤ ਦੇ ਕਣ ਕਣ ਦੇ ਅੰਦਰ ਹਰ ਥਾਂ ਦੇ ਉੱਤੇ ਗੁਣਾਂ ਦੇ ਧਾਰਨੀ ਹੋਇਆ ਜਾ ਸਕਦਾ ਹੈ। ਉਹਨੂੰ ਇਸ ਅਸਲੀਅਤ ਦਾ ਗਿਆਨ ਹੋ ਜਾਂਦਾ ਹੈ ਕਿ ਇਹ ਸਾਰੇ ਦੇ ਸਾਰੇ ਗੁਣ ਮੇਰੇ ਅੰਦਰ ਮੌਜੂਦ ਨੇ। ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਮੇਰੇ ਅੰਦਰ ਪੋਸੀਬਿਲਿਟੀ ਹੈ ਐਸਾ ਹੋਣ ਦੀ। ਤਾਂ ਇਸ ਚੀਜ਼ ਨੂੰ ਕੋਈ ਵਿਰਲਾ ਸਮਝਦਾ ਹੈ। ਕੌਣ ਸਮਝਦਾ ਹੈ? ਜੋ ਗੁਰੂ ਦੇ ਦੱਸੇ ਰਾਹ। ਇਸ ਲਈ ਅਸੀਂ ਉਹ ਵਿਰਲੇ ਹੋ ਸਕਦੇ ਹਾਂ। ਮੈਂ ਵੀ ਉਹਨਾਂ ਵਿਰਲਿਆਂ ਵਿੱਚ ਆ ਸਕਦਾ ਹਾਂ, ਤੁਸੀਂ ਆ ਸਕਦੇ ਹੋ, ਹੋਰ ਸਾਰੀ ਦੁਨੀਆ ਆ ਸਕਦੀ ਹੈ, ਕਿਉਂਕਿ ਜੋ ਵੀ ਗੁਰੂ ਦੇ ਦੱਸੇ ਰਾਹ ਤੇ ਤੁਰੇਗਾ ਉਹਦੀ ਸਮਝ ਵਿੱਚ ਇਹ ਚੀਜ਼ ਆ ਜਾਏਗੀ ਔਰ ਉਹ ਸਦਾ ਸਿਫਤ ਸਲਾਹ ਦੀ ਬਾਣੀ ਦੇ ਨਾਲ ਜੁੜ ਜਾਏਗਾ, ਗੁਣਾਂ ਦੇ ਨਾਲ ਜੁੜ ਜਾਏਗਾ। ਨਾਨਕ ਆਖੈ ਸੱਚ ਸੁਭਾਖੈ, ਸੱਚ ਰਪੈ ਰੰਗ ਕਬਹੂ ਨਾ ਜਾਵੇ। ਹੁਣ ਦੇਖੋ ਇਸੇ ਪੰਕਤੀ ਦੇ ਅੰਦਰ ਸੱਚ ਸ਼ਬਦ 2 ਵਾਰ ਆ ਰਿਹਾ ਹੈ। ਨਾਨਕ ਆਖੈ ਸੱਚ ਸੁਭਾਖੈ, ਇੱਥੇ ਸੱਚ ਦੇ ਚੱਚੇ ਥੱਲੇ ਔਂਕੜ, ਅੱਗੇ ਸੱਚ ਰਪੈ, ਇੱਥੇ ਸੱਚ ਦੇ ਚੱਚੇ ਨਾਲ ਸਿਹਾਰੀ। ਤਾਂ ਜੇ ਅਸੀਂ ਥੋੜਾ ਜਿਹਾ ਇਹਨਾਂ ਅਲੱਗ ਮਾਤਰਾ ਵੱਲ ਧਿਆਨ ਦੇਈਏ ਤਾਂ ਸਾਨੂੰ ਗੁਰਬਾਣੀ ਦੇ ਅਰਥਾਂ ਦੀ ਬੜੇ ਆਰਾਮ ਦੇ ਨਾਲ ਸਮਝ ਆਉਣੀ ਸ਼ੁਰੂ ਹੋ ਜਾਏਗੀ। ਇੱਥੇ ਸੱਚ ਜਿਹੜਾ ਹੈ, ਪਹਿਲਾ ਹੈ ਇੱਕ ਵਚਨ ਵੀ ਹੈ ਤੇ ਪੁਲਿੰਗ ਵੀ ਹੈ, ਜੋ ਸੱਚ ਦੇ ਚੱਚੇ ਥੱਲੇ ਔਂਕੜ ਹੈ, ਮਿਲ ਜੈਂਡਰ ਹੈ। ਤੇ ਸੱਚ ਦੇ ਚੱਚੇ ਨਾਲ ਸਿਹਾਰੀ ਲੱਗਣ ਕਰਕੇ ਇਹਦਾ ਅਰਥ ਬਣ ਗਿਆ ਹੈ ਸੱਚ ਵਿੱਚ। ਸੱਚ ਵਿੱਚ। ਤਾਂ ਗੁਰੂ ਪਾਤਸ਼ਾਹ ਜੀ ਹੁਣ ਉਹਦੀ ਨਿਸ਼ਾਨੀ ਦੱਸ ਰਹੇ ਨੇ। ਉਸ ਬੰਦੇ ਦੀ ਨਿਸ਼ਾਨੀ ਕੀ ਹੈ ਜਿਹੜਾ ਗੁਰੂ ਦੀ ਰਾਹੀਂ ਰੱਬੀ ਸਿਫਤ ਸਲਾਹ ਦੀ ਬਾਣੀ ਨੂੰ ਜਾਣ ਲੈਂਦਾ ਹੈ, ਸਮਝ ਲੈਂਦਾ ਹੈ। ਉਹਦੀ ਫਿਰ ਨਿਸ਼ਾਨੀ ਕੀ ਹੈ? ਸੱਚ ਰਪੈ, ਉਹ ਸੱਚ ਦੇ ਅੰਦਰ ਰੰਗਿਆ ਜਾਂਦਾ ਹੈ। ਤੇ ਜਿਹੜਾ ਸੱਚ ਦੇ ਅੰਦਰ ਰੰਗਿਆ ਜਾਂਦਾ ਹੈ, ਸੱਚ ਸੁਭਾਖੈ। ਸੁਭਾਖੈ ਦਾ ਮਤਲਬ ਬੋਲਦਾ ਹੈ, ਉਹ ਹਮੇਸ਼ਾ ਸੱਚ ਬੋਲਦਾ ਹੈ। ਰੰਗ ਕਬਹੂ ਨਾ ਜਾਵੇ, ਤੇ ਉਹਦਾ ਇਹ ਸੱਚ ਦਾ ਜਿਹੜਾ ਪਿਆਰ ਹੈ ਨਾ, ਸੱਚ ਦੇ ਪਿਆਰ ਦਾ ਰੰਗ ਕਦੇ ਲੈਂਦਾ ਨਹੀਂ, ਕਦੇ ਫਿੱਕਾ ਨਹੀਂ ਪੈਂਦਾ। ਇਹ ਨਹੀਂ ਕਿ ਕਦੇ ਉਹ ਸੱਚ ਬੋਲ ਦੇਵੇ ਤੇ ਕਦੇ ਝੂਠ ਬੋਲ ਦੇਵੇ, ਐਵੇਂ ਨਹੀਂ। ਉਹਦਾ ਸੱਚ ਦਾ ਰੰਗ ਉਹਨੂੰ ਐਸਾ ਚੜ੍ਹਦਾ ਹੈ, ਉਹਦੇ ਅੰਦਰ ਸੱਚ ਦੀ ਪ੍ਰੀਤ ਐਸੀ ਪੈਦਾ ਹੁੰਦੀ ਹੈ ਕਿ ਉਹ ਸੱਚ ਦਾ ਰੰਗ ਕਦੇ ਲੈਂਦਾ ਨਹੀਂ। ਜਿਹੜਾ ਸੱਚ ਦੇ ਅੰਦਰ ਇੱਕ ਵਾਰੀ ਜਿਹਦੀ ਮੈਂਟੈਲਿਟੀ, ਮਾਨਸਿਕਤਾ, ਸੋਚ ਰੰਗੀ ਜਾਏ ਨਾ, ਉਹਦਾ ਸੱਚ ਫਿਰ ਲੈਂਦਾ ਨਹੀਂ। ਉਹ ਹਮੇਸ਼ਾ ਸੱਚ ਬੋਲਦਾ ਹੈ ਔਰ ਐਨ ਮੌਕੇ ਤੇ ਬੋਲਦਾ ਹੈ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਉਹ ਬਾਬਰ ਦੇ ਮੂੰਹ ਤੇ ਜਾਬਰ ਕਹਿ ਰਹੇ ਨੇ, ਬਾਬਰ ਦੇ ਸਾਹਮਣੇ ਉਹਦਾ ਅਤਿਆਚਾਰ ਦੱਸ ਰਹੇ ਨੇ। ਪਿੱਠ ਪਿੱਛੇ ਤੇ ਕੋਈ ਵੀ ਗੱਲ ਕਰੀ ਜਾਏਗਾ। ਸੱਚ ਦੀ ਲੋੜ ਉਦੋਂ ਹੁੰਦੀ ਹੈ ਜਦੋਂ ਸੱਚ ਐਨ ਮੌਕੇ ਤੇ ਬੋਲਿਆ ਜਾਏ। ਤੇ ਜੇ ਮੌਕਾ ਲੰਘ ਜਾਏ ਤੇ ਮੌਕਾ ਲੰਘਣ ਤੋਂ ਬਾਅਦ ਕਵੇ ਕਿ ਮੈਨੂੰ ਸੱਚ ਦਾ ਪਤਾ ਸੀ, ਮੈਂ ਤੇ ਆ ਜਾਣ ਕੇ ਨਹੀਂ ਕਿਹਾ, ਤੇ ਉਹ ਸੱਚ ਦਾ ਕੋਈ ਫਾਇਦਾ ਨਹੀਂ ਹੈ।
ਸੱਚ ਮੌਕੇ ਤੇ ਬੋਲਣਾ ਹੁੰਦਾ ਹੈ। ਤੇ ਜਿਨ੍ਹਾਂ ਦੇ ਉੱਤੇ ਸੱਚ ਦਾ ਰੰਗ ਚੜ ਗਿਆ, ਉਹਨਾਂ ਦਾ ਇਤਿਹਾਸ ਦੇ ਵਿੱਚ ਨਾਮ ਸਦਾ ਚਮਕਦੇ ਹੋਏ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ। ਉਹ ਆਰਿਆਂ ਦੇ ਨਾਲ ਤੇ ਚਿਰ ਗਏ, ਪਰ ਸੱਚ ਦਾ ਕੋਈ ਰੰਗ ਲਾ ਨਹੀਂ ਸਕਿਆ। ਦੇਗਾਂ ਵਿੱਚ ਉਬਲ ਗਏ, ਪਰ ਸੱਚ ਦਾ ਰੰਗ ਲੱਥਾ ਨਹੀਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਨੂੰ ਸਮਝ ਲੈਂਦਾ ਹੈ, ਰੱਬੀ ਹੁਕਮ ਨੂੰ ਸਮਝ ਲੈਂਦਾ ਹੈ, ਸੱਚ ਦੇ ਅੰਦਰ ਉਹ ਰੰਗਿਆ ਜਾਂਦਾ ਹੈ, ਉਹਦਾ ਸੱਚ ਕਦੇ ਰੰਗ ਉਤਰਦਾ ਨਹੀਂ ਤੇ ਉਹ ਹਮੇਸ਼ਾ ਸੱਚ ਬੋਲਦਾ ਹੈ। ਤਾਂ ਇਹਦਾ ਮਤਲਬ ਸਾਨੂੰ ਸੱਚ ਬੋਲਣਾ ਚਾਹੀਦਾ ਹੈ, ਸੱਚੀ ਮਾਨਸਿਕਤਾ ਦੇ ਨਾਲ, ਮਾਨਸਿਕਤਾ ਸੋਚ ਵੀ ਸੱਚੀ ਹੋਵੇ, ਤੇ ਸੱਚ ਹੀ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਦਾਰੂ ਹੈ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਹੋਏ। ਅੱਗੇ ਹੁਣ ਸਿੱਧ ਫਿਰ ਸਵਾਲ ਕਰ ਰਹੇ ਨੇ, ਜਾਂ ਇਹ ਹਿਰਦਾ ਦੇਹ ਨਾ ਹੋਤੀ ਤੋ ਮਨ ਕੈਠੇ ਰਹਿਤਾ। ਕੈਠੇ ਦਾ ਮਤਲਬ ਕਿੱਥੇ, ਦੇਹ ਦਾ ਮਤਲਬ ਸਰੀਰ, ਮਨ ਦਾ ਮਤਲਬ ਚੇਤਨ ਸੱਤਾ। ਤਾਂ ਜਦੋਂ ਨਾ ਇਹ ਹਿਰਦਾ ਸੀ ਨਾ ਇਹ ਸਰੀਰ ਸੀ, ਤਦੋਂ ਮਨ ਕਿੱਥੇ ਰਹਿੰਦਾ ਸੀ? ਜਦੋਂ ਹਿਰਦਾ ਨਹੀਂ ਸੀ, ਸਰੀਰ ਨਹੀਂ ਸੀ, ਉਦੋਂ ਮਨ ਕਿੱਥੇ ਰਹਿੰਦਾ ਸੀ? ਹੁਣ ਤੇ ਅਸੀਂ ਕਹਿੰਦੇ ਆ ਵੀ ਮੇਰਾ ਮਨ ਕਰਦਾ ਹੈ ਰੋਟੀ ਖਾਣ ਤੇ, ਮਨ ਕਰਦਾ ਹੈ ਬਾਹਰ ਜਾਣ ਤੇ, ਕਿਉਂਕਿ ਸਰੀਰ ਹੈ ਤੇ ਮਨ ਵੀ ਹੈ, ਦਿਮਾਗ ਹੈ ਤੇ ਮਨ ਵੀ ਹੈ। ਪਰ ਜਦੋਂ ਇਹ ਸਰੀਰ ਨਹੀਂ ਸੀ, ਉਦੋਂ ਮਨ ਕਿੱਥੇ ਰਹਿੰਦਾ ਸੀ? ਨਾਭ ਕਮਲ ਅਸਤੰਭ ਨਾ ਹੋਤੋ ਤਾਂ ਪਵਨ ਕਵਨ ਕਰ ਰਹਿਤਾ। ਨਾਭ ਕਮਲ, ਅਸਤੰਭ ਦਾ ਮਤਲਬ ਥੰਮੀ, ਸਹਾਰਾ, ਪਵਨ ਦਾ ਮਤਲਬ ਪ੍ਰਾਣ, ਸਹਿਤਾ ਦਾ ਮਤਲਬ ਆਸਰਾ ਲੈਂਦਾ ਸੀ। ਪਵਨ ਕਵਨ ਕਰ ਸਹਿਤਾ, ਸੌਰੀ ਮੈਂ ਰਹਿਤਾ ਪੜ ਗਿਆ, ਸਹਿਤਾ ਹੈ ਤਾਂ ਪਵਨ ਕਵਨ ਕਰ ਸਹਿਤਾ, ਸਹਿਤਾ ਦਾ ਮਤਲਬ ਆਸਰਾ ਲੈਂਦਾ ਸੀ। ਜਦੋਂ ਨਾਭੀ ਦੇ ਚੱਕਰ ਦੀ ਥੰਮੀ ਨਹੀਂ ਸੀ, ਤਾਂ ਜਿਹੜੇ ਪ੍ਰਾਣ ਨੇ ਉਹ ਕਿਹਦਾ ਆਸਰਾ ਲੈਂਦਾ ਸੀ? ਪ੍ਰਾਣ। ਹੁਣ ਤਾਂ ਤੁਸੀਂ ਕਹਿ ਰਹੇ ਹੋ ਕਿ ਨਾਭੀ ਰਾਹੀਂ ਸਵਾਸ ਪੈਦਾ ਹੋਇਆ ਚੱਲਿਆ, ਤਾਂ ਜਦੋਂ ਨਾਭੀ ਚੱਕਰ ਨਹੀਂ ਸੀ, ਉਦੋਂ ਪ੍ਰਾਣ ਕਿੱਥੇ ਸਨ? ਉਦੋਂ ਸਵਾਸ ਕਿੱਥੇ ਰਹਿੰਦੇ ਸਨ? ਰੂਪ ਨਾ ਹੋਤੋ ਰੇਖ ਨਾ ਕਾਈ ਤਾਂ ਸ਼ਬਦ ਕਹਾਂ ਲਿਵ ਲਾਈ। ਇੱਥੇ ਸ਼ਬਦ ਦੇ ਦੱਦੇ ਨਾਲ ਸਿਹਾਰੀ ਹੈ। ਤਾਂ ਜਦੋਂ ਕੋਈ ਰੂਪ ਰੇਖ ਨਹੀਂ ਸੀ, ਤਦੋਂ ਸ਼ਬਦ ਨੇ ਕਿੱਥੇ ਲਿਵ ਲਾਈ ਹੋਈ ਸੀ? ਤੇ ਕੁਝ ਵਿਦਵਾਨਾਂ ਨੇ ਇਸ ਦਾ ਅਰਥ ਕੀਤਾ ਹੈ ਕਿ ਸ਼ਬਦ ਦੁਆਰਾ ਕਿਵੇਂ ਲਿਵ ਲੱਗ ਸਕਦੀ ਸੀ, ਭਾਵ ਕਿ ਨਹੀਂ ਸੀ ਲੱਗ ਸਕਦੀ, ਉਦੋਂ ਕੋਈ ਹੈ ਹੀ ਨਹੀਂ ਸੀ, ਰੂਪ ਨਹੀਂ ਸੀ, ਰੇਖ ਨਹੀਂ ਸੀ, ਕੋਈ ਆਕਾਰ ਨਹੀਂ ਸੀ, ਉਦੋਂ ਸ਼ਬਦ ਨੇ ਕਿੱਥੇ ਲਿਵ ਲਾਈ ਹੋਈ ਸੀ? ਸ਼ਬਦ ਕਿੱਥੇ ਰਹਿੰਦਾ ਸੀ? ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ। ਰਕਤ ਦਾ ਮਤਲਬ ਹੈ ਰੁੱਤ, ਮਾਂ ਦਾ ਖੂਨ, ਬਿੰਦ ਦਾ ਮਤਲਬ ਪਿਤਾ ਦਾ ਵੀਰਜ, ਮੜੀ ਦਾ ਮਤਲਬ ਸਰੀਰ, ਮਿਤ ਦਾ ਮਤਲਬ ਅੰਦਾਜ਼ਾ। ਜਦੋਂ ਮਾਂ ਦੀ ਰੱਤ ਔਰ ਪਿਤਾ ਦਾ ਬਿੰਦ ਤੋਂ ਬਣਿਆ ਇਹ ਸਰੀਰ ਨਹੀਂ ਸੀ, ਮਿਤ ਕੀਮਤ ਨਹੀਂ ਪਾਈ, ਤਾਂ ਉਦੋਂ ਪ੍ਰਭੂ ਦਾ ਅੰਦਾਜ਼ਾ ਤੇ ਮੁੱਲ ਨਹੀਂ ਪੈ ਸਕਦਾ ਸੀ। ਤਾਂ ਉਦੋਂ ਮਨ ਕਿਵੇਂ ਲਿਵ ਲਾਂਦਾ ਸੀ, ਕਿੱਥੇ ਲਿਵ ਲਾਂਦਾ ਸੀ? ਜਦੋਂ ਇਹ ਸਰੀਰ ਨਹੀਂ ਸੀ ਜੋ ਰਕਤ ਬਿੰਦ ਤੋਂ ਬਣਿਆ ਹੈ, ਔਰ ਪ੍ਰਭੂ ਦੀ ਕੀਮਤ ਨਹੀਂ ਸੀ ਪਾਈ ਜਾਂਦੀ, ਮੁੱਲ ਦਾ ਅੰਦਾਜ਼ਾ ਵੀ ਨਹੀਂ ਸੀ ਲਾਇਆ ਜਾਂਦਾ, ਤਾਂ ਉਦੋਂ ਕੌਣ ਅੰਦਾਜ਼ਾ ਲਾਂਦਾ ਸੀ? ਵਰਨ ਪੇਖ ਅਸਰੂਪ ਨਾ ਜਾਪੀ ਕਿਉਂ ਕਰ ਜਾਪਸ ਸਾਚਾ। ਫਿਰ ਸਵਾਲ ਕਰ ਰਹੇ ਨੇ ਕਿ ਜਿਸ ਪ੍ਰਭੂ ਦਾ ਰੰਗ ਭੇਖ ਸਰੂਪ ਨਹੀਂ ਦਿਸਦਾ, ਜਿਹੜਾ ਨਿਰਾਕਾਰ ਹੈ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭਿੰਨ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਕਿਵੇਂ ਲਖਿਆ ਜਾ ਸਕਦਾ ਹੈ? ਜਾਪਸ ਦਾ ਮਤਲਬ ਹੁੰਦਾ ਹੈ ਜਾਪਣਾ, ਵੇਖਣਾ। ਜਿਵੇਂ ਅਸੀਂ ਕਹਿੰਦੇ ਨਹੀਂ ਕਿ ਮੈਂ ਯਾਰ ਠੁੱਡਾ ਲੱਗ ਗਿਆ, ਤੇ ਦੂਜਾ ਕਹਿੰਦਾ ਤੈਨੂੰ ਨਹੀਂ ਸੀ ਜਾਪਦਾ ਵੀ ਅੱਗੇ ਪੱਥਰ ਤੇ ਠੁੱਡਾ ਵੱਜੇਗਾ, ਤੈਨੂੰ ਨਹੀਂ ਜਾਪਦਾ ਜੇ ਅੱਗੇ ਹੱਥ ਕਰੇਗਾ ਤੇ ਅੱਗ ਵਿੱਚ ਸੜੇਗਾ। ਜਾਪਣ ਦਾ ਮਤਲਬ ਹੁੰਦਾ ਦਿਸਣਾ, ਜਾਣਨਾ। ਤਾਂ ਜਿਸ ਪ੍ਰਭੂ ਦਾ ਵਰਨ ਰੇਖ ਕੋਈ ਰੂਪ ਨਹੀਂ ਹੈ, ਕਿਉਂ ਕਰ ਜਾਪਸ ਸਾਚਾ, ਤੇ ਉਹਨੂੰ ਫਿਰ ਕਿਵੇਂ ਲਖਿਆ ਜਾ ਸਕਦਾ ਹੈ, ਕਿਵੇਂ ਵੇਖਿਆ ਜਾ ਸਕਦਾ ਹੈ, ਕਿਵੇਂ ਜਾਣਿਆ ਜਾ ਸਕਦਾ ਹੈ? ਹੁਣ ਗੁਰੂ ਜੀ ਇਸ ਪੰਕਤੀ ਦਾ ਉੱਤਰ ਪਹਿਲਾਂ ਦੇ ਰਹੇ ਨੇ। ਨਾਨਕ, ਇੱਥੇ ਰੁਕਾਂਗੇ, ਨਾਮ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ।
ਵੈਰਾਗੀ ਦਾ ਮਤਲਬ ਵੈਰਾਗਵਾਨ, ਜਿਹਦੇ ਅੰਦਰ ਪ੍ਰੀਤ ਹੈ ਰੱਬੀ ਗੁਣਾਂ ਦਾ ਔਰ ਜਿਹਨੇ ਅਵਗੁਣਾਂ ਨੂੰ ਤਿਆਗਿਆ ਹੈ। ਇੱਥੇ ਵੈਰਾਗਵਾਨ ਦਾ ਮਤਲਬ ਉਹ ਨਹੀਂ ਹੈ ਜੋ ਅਨਮਤਾਂ ਵਿੱਚ ਹੈ। ਵੈਰਾਗੀ ਉਹਨੂੰ ਕਹਿੰਦੇ ਨੇ ਜੋ ਸੰਸਾਰ ਨੂੰ ਛੱਡ ਕੇ ਚਲਾ ਜਾਏ, ਘਰ-ਬਾਰ ਛੱਡ ਦਵੇ, ਵੈਰਾਗੀ ਹੋ ਜਾਏ। ਗੁਰਮਤ ਨੇ ਉਸ ਵੈਰਾਗ ਨੂੰ ਪ੍ਰਵਾਨ ਨਹੀਂ ਕੀਤਾ। ਜੋ ਗੁਰਮਤ ਦਾ ਵੈਰਾਗ ਹੈ, ਸੰਸਾਰ ਦੇ ਅੰਦਰ ਰਹਿ ਕੇ ਅਵਗੁਣਾਂ ਦਾ ਤਿਆਗ ਕਰਕੇ ਨਿਰਲੇਪ ਰਹਿਣਾ ਹੈ। ਮੇਰ ਤੇਰ ਦੇ ਵਿਤਕਰਿਆਂ ਤੋਂ ਔਰ ਵਿਕਾਰਾਂ ਤੋਂ, ਮੋਹ ਤੋਂ, ਸੈਲਫਿਸ਼ਨੈਸ ਤੋਂ, ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਨਾ, ਇਹ ਗੁਰਮਤ ਦਾ ਵੈਰਾਗ ਹੈ। ਵੈਰਾਗ ਦਾ ਮਤਲਬ ਜਿਨ੍ਹਾਂ ਦਾ ਰੱਬੀ ਗੁਣਾਂ ਦੇ ਨਾਲ ਪਿਆਰ ਹੈ। ਨਾਮ ਰੱਤੇ ਦਾ ਮਤਲਬ ਜੋ ਨਾਮ ਦੇ ਅੰਦਰ ਰੰਗੇ ਗਏ। ਨਾਮ ਦਾ ਮਤਲਬ ਰੱਬੀ ਹੁਕਮ ਦੇ ਵਿੱਚ। ਜੋ ਰੱਬੀ ਹੁਕਮ ਦੇ ਅੰਦਰ ਰੱਤੇ ਹੋਏ ਵੈਰਾਗਵਾਨ ਨੇ, ਇਬ ਤਬ ਸਾਚੋ ਸਾਚਾ, ਉਹਨਾਂ ਨੂੰ ਹੁਣ ਵੀ ਤੇ ਪਿੱਛੇ ਵੀ ਸਮੇਂ, ਇਬ ਤਬ ਦਾ ਮਤਲਬ ਹਰ ਵਕਤ, ਸੱਚਾ ਪ੍ਰਭੂ ਹੀ ਪ੍ਰਤੀਤ ਹੁੰਦਾ ਹੈ। ਉਹਨਾਂ ਵਾਸਤੇ ਇਹ ਨਹੀਂ ਕਿ ਕਦੇ ਰੱਬ ਹੈ ਸੀ ਤੇ ਕਦੇ ਨਹੀਂ ਸੀ। ਹੁਣ ਸਮਾਧੀ ਲਾਵਾਂਗੇ ਤੇ ਰੱਬ ਦਿਸੇਗਾ, ਸਮਾਧੀ ਨਹੀਂ ਲਾਵਾਂਗੇ ਤੇ ਨਹੀਂ ਦਿਸੇਗਾ। ਉਹਨਾਂ ਵਾਸਤੇ ਐਵੇਂ ਨਹੀਂ ਹੈ। ਉਹਨਾਂ ਵਾਸਤੇ ਇਹ ਨਹੀਂ ਕਿ ਹੁਣ ਰੱਬ ਹੈ ਤੇ ਫਿਰ ਨਹੀਂ ਹੋਣਾ। ਉਹਨਾਂ ਵਾਸਤੇ ਇਬਤਬ ਦਾ ਮਤਲਬ ਹਰ ਸਮੇਂ, ਸਾਚੋ ਸਾਚਾ ਦਾ ਮਤਲਬ ਸੱਚਾ ਹੀ ਸੱਚਾ। ਉਹਨਾਂ ਵਾਸਤੇ ਹਰ ਥਾਂ ਦੇ ਉੱਤੇ ਹਰ ਸਮੇਂ ਰੱਬ ਹੀ ਰੱਬ ਹੈ। ਉਹ ਕਦੇ ਰੱਬ ਤੋਂ ਵੱਖਰੇ ਆਪਣੇ ਆਪ ਨੂੰ ਗਿਣਦੇ ਹੀ ਨਹੀਂ। ਉਹ ਰੱਬ ਨੂੰ ਕਿਤੇ ਦੂਰ ਸਮਝਦੇ ਹੀ ਨਹੀਂ। ਕੌਣ? ਜੋ ਰੱਬੀ ਹੁਕਮ ਦੇ ਪ੍ਰੀਤ ਦੇ ਅੰਦਰ ਰੰਗੇ ਗਏ ਨੇ, ਰੱਬੀ ਗੁਣਾਂ ਵਿੱਚ ਜੋ ਰੰਗੇ ਗਏ ਨੇ। ਹਿਰਦਾ ਦੇਹ ਨਾ ਹੋਤੀ ਔਧੂ, ਤੋ ਮਨ ਸੁਣ ਰਹੇ ਬੈਰਾਗੀ। ਹੁਣ ਉਸ ਸਵਾਲ ਦਾ ਉੱਤਰ ਦੇ ਰਹੇ ਨੇ ਕਿ ਜਦੋਂ ਇਹ ਹਿਰਦਾ ਔਰ ਦੇਹ ਵਗੈਰਾ ਨਹੀਂ ਸੀ ਤੇ ਮਨ ਕਿੱਥੇ ਰਹਿੰਦਾ ਸੀ। ਗੁਰੂ ਜੀ ਕਹਿੰਦੇ ਨੇ ਜਦੋਂ ਨਾ ਹਿਰਦਾ ਸੀ ਨਾ ਸਰੀਰ ਸੀ, ਤਦੋਂ ਇਹ ਵੈਰਾਗੀ ਮਨ ਨਿਰਗੁਣ ਪ੍ਰਭੂ ਦੇ ਅੰਦਰ ਟਿਕਿਆ ਹੋਇਆ ਸੀ। ਜਿਵੇਂ ਅਦਿਸ ਦਾ ਸਾਰਾ ਸੰਸਾਰ ਹੈ, ਇਹ ਕਿੱਥੇ ਸੀ? ਨਿਰਾਕਾਰ ਦੇ ਵਿੱਚ ਸੀ ਨਾ। ਸਾਰਾ ਨਿਰੰਕਾਰ ਆਪ ਹੀ ਸੀ। ਤੇ ਜਦੋਂ ਪ੍ਰਭੂ ਪ੍ਰਗਟ ਹੋਇਆ ਤੇ ਇਸ ਰੂਪ ਦੇ ਵਿੱਚ ਆ ਗਿਆ। ਇਹ ਚੀਜ਼ ਨੂੰ ਥੋੜਾ ਜਿਹਾ ਆਪਾਂ ਫਿਰ ਸਮਝ ਲੈਂਦੇ ਹਾਂ। ਵੈਸੇ ਚੀਜ਼ਾਂ ਕਈ ਵਾਰੀ ਆਪਾਂ ਬਿਆਨ ਕੀਤੀਆਂ ਨੇ, ਇੱਕ ਦੂਜੇ ਦੇ ਨਾਲ ਸਾਂਝੀਆਂ ਕੀਤੀਆਂ ਨੇ, ਕਿ ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਨੇ, ਲਹਿਰਾਂ ਦੇ ਨਾਲ ਸਮੁੰਦਰ ਭਰਿਆ ਗਿਆ ਹੈ ਹਨੇਰੀ ਆਉਣ ਦੇ ਨਾਲ। ਤਾਂ ਹੁਣ ਤਾਂ ਲਹਿਰਾਂ ਨੇ, ਤੇ ਜਦੋਂ ਹਵਾ ਨਹੀਂ ਸੀ ਚੱਲੀ ਉਦੋਂ ਲਹਿਰਾਂ ਕਿੱਥੇ ਸੀ? ਉਦੋਂ ਬੁਲਬੁਲੇ ਕਿੱਥੇ ਸਨ? ਤਾਂ ਇਹ ਕਹਿਣਾ ਪਵੇਗਾ ਨਾ ਕਿ ਉਹ ਪਾਣੀ ਦੇ ਵਿੱਚ ਹੀ ਸਨ। ਪਾਣੀ ਵੀ ਸੀ ਉਦੋਂ। ਹਵਾ ਚੱਲਣ ਨਾਲ ਸਾਨੂੰ ਲਹਿਰਾਂ ਦਿਸਣ ਲੱਗ ਗਈਆਂ। ਤੇ ਜੇ ਕੋਈ ਕਵੇ ਵੀ ਆ ਜਿਹੜੇ ਕੜੇ ਬਣੇ ਨੇ, ਜਦੋਂ ਕੜੇ ਨਹੀਂ ਸਨ ਤੇ ਉਦੋਂ ਸੋਨਾ ਕਿੱਥੇ ਸੀ? ਸੋਨਾ ਸੋਨਾ ਹੀ ਸੀ। ਜਾਂ ਪੁੱਛੇ ਵੀ ਕੜੇ ਕਿੱਥੇ ਸਨ ਉਦੋਂ, ਆ ਗਹਿਣੇ ਕਿੱਥੇ ਸਨ? ਤਾਂ ਇਹ ਗਹਿਣੇ ਕਿਤੇ ਨਹੀਂ ਸਨ, ਸੋਨਾ ਸੀ। ਸੋਨੇ ਦੇ ਵਿੱਚ ਹੀ ਸਨ, ਸੋਨੇ ਦੇ ਵਿੱਚੋਂ ਹੀ ਬਣ ਗਏ, ਸੋਨਾ ਹੀ ਗਹਿਣੇ ਬਣ ਗਿਆ। ਇਹ ਚੀਜ਼ ਥੋੜੀ ਜਿਹੀ ਬਾਰੀਕ ਹੈ ਪਰ ਸਮਝਣ ਵਾਲੀ ਹੈ। ਜੇ ਕੋਈ ਕਹੇ ਕਿ ਗਹਿਣੇ ਕਿੱਥੇ ਸਨ ਸੋਨੇ ਤੋਂ ਪਹਿਲਾਂ, ਤਾਂ ਗਹਿਣੇ ਸੋਨੇ ਦੇ ਵਿੱਚ ਹੀ ਸਨ। ਸੋਨੇ ਨੂੰ ਹੀ ਡਿਜ਼ਾਈਨ ਕੀਤਾ ਹੈ, ਗਹਿਣੇ ਦਾ ਰੂਪ ਦੇ ਦਿੱਤਾ ਹੈ। ਜਦੋਂ ਇਹਨਾਂ ਗਹਿਣਿਆਂ ਨੂੰ ਢਾਲੋਗੇ ਫਿਰ ਸੋਨਾ ਹੋ ਜਾਏਗਾ। ਇਸੇ ਤਰ੍ਹਾਂ ਜਿਹੜਾ ਇਹ ਮਨ ਹੈ, ਜਿਹੜਾ ਅੱਜ ਸਾਡੇ ਅੰਦਰ ਹੈ, ਜਦੋਂ ਹਿਰਦਾ ਦੇਹ ਨਹੀਂ ਸੀ ਤਾਂ ਉਦੋਂ ਨਿਰਗੁਣ ਦੇ ਵਿੱਚ ਹੀ ਸਮਾਇਆ ਸੀ। ਉਹਦੇ ਵਿੱਚੋਂ ਹੀ ਸਾਰਾ ਕੁਝ ਪੈਦਾ ਹੋਇਆ ਹੈ, ਭਾਵ ਉਹ ਆਪ ਹੀ ਬਣਿਆ ਹੋਇਆ ਹੈ। ਨਾਭ ਕਮਲ ਅਸਥੰਭ ਨਾ ਹੋਤੋ, ਨਿਜ ਘਰ ਬਸਤੋ ਪਵਨ ਅਨਰਾਗੀ। ਅਨਰਾਗੀ ਦਾ ਮਤਲਬ ਪ੍ਰੇਮੀ ਹੋ ਕੇ। ਜਦੋਂ ਨਾਭੀ ਚੱਕਰ ਰੂਪ ਥੰਮੀ ਨਹੀਂ ਸੀ, ਯਾਨੀ ਜਦੋਂ ਬੱਚਾ ਵੀ ਮਾਂ ਦੇ ਪੇਟ ਵਿੱਚ ਹਲੇ ਨਿੰਮਿਆ ਨਹੀਂ ਸੀ, ਜਾਂ ਇਹ ਕਹਿ ਲਈਏ ਕਿ ਜਦੋਂ ਮਾਂ ਪਿਓ ਕੋਈ ਵੀ ਨਹੀਂ ਸੀ, ਇਹ ਸੰਸਾਰ ਵੀ ਨਹੀਂ ਸੀ, ਹਵਾ ਵੀ ਨਹੀਂ ਸੀ, ਤਾਂ ਉਦੋਂ ਸਾਰਾ ਕੁਝ ਕਿੱਥੇ ਸੀ? ਨਿਰਗੁਣ ਦੇ ਅੰਦਰ ਹੀ ਸਮਾਇਆ ਹੋਇਆ ਸੀ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਨਾਭੀ ਚੱਕਰ ਰੂਪੀ ਥੰਮੀ ਨਹੀਂ ਸੀ, ਤਦੋਂ ਪ੍ਰਾਣ ਆਪਣੇ ਅਸਲ ਘਰ ਨਿਰਗੁਣ ਪ੍ਰਭੂ ਦੇ ਅੰਦਰ ਹੀ ਸਮਾਇਆ ਹੋਇਆ ਸੀ। ਹਵਾ ਵਗੈਰਾ ਜੋ ਕੁਝ ਵੀ ਨਜ਼ਰੀ ਪੈਂਦਾ ਨਿਰਗੁਣ ਦਾ ਸਰੂਪ ਹੀ ਸੀ। ਉਹਦੇ ਤੋਂ ਵੱਖਰਾ ਨਾ ਉਦੋਂ ਸੀ, ਉਹਦੇ ਤੋਂ ਵੱਖਰਾ ਨਾ ਹੋਣਾ। ਲਹਿਰਾਂ ਪਾਣੀ ਵਿੱਚ ਸਨ, ਪਾਣੀ ਹੀ ਲਹਿਰਾਂ ਬਣਿਆ ਹੋਇਆ ਹੈ। ਗਹਿਣੇ ਸੋਨੇ ਵਿੱਚ ਸਨ, ਸੋਨਾ ਹੀ ਗਹਿਣੇ ਬਣਿਆ ਹੋਇਆ ਹੈ। ਰੂਪ ਨਾ ਰੇਖਿਆ, ਜਾਤ ਨਾ ਹੂਤੀ, ਤੋ ਅਕੁਲੀਨ ਰਹਿਤੋ, ਸ਼ਬਦ ਸੋ ਸਾਰ।
ਜਾਤ ਦਾ ਮਤਲਬ ਹੈ ਹੋਂਦ, ਉਤਪत्ति। ਅਕੁਲੀਨ ਦਾ ਮਤਲਬ ਹੈ ਅਕੁਲੀਨ ਵਿੱਚ, ਕੁਲ ਰਹਿਤ ਪ੍ਰਭੂ ਵਿੱਚ। ਜਦੋਂ ਜਗਤ ਦਾ ਕੋਈ ਰੂਪ ਰੇਖ ਰੰਗ ਨਹੀਂ ਸੀ, ਰੂਪ ਨਾ ਰੇਖਿਆ ਜਾਤ ਨਾ ਹੋਤੀ, ਨਾ ਇਹ ਉਤਪत्ति ਹੋਈ ਸੀ। ਤੋ ਅਕੁਲੀਨ ਰਹਿਤੋ ਸ਼ਬਦ ਸੁਸਾਰ, ਇੱਥੇ ਅਕੁਲੀਨ ਦੇ ਨਾਣੇ ਨਾਲ ਸਿਹਾਰੀ ਹੈ। ਅਕੁਲੀਨ ਵਿੱਚ, ਕੁਲ ਤੋਂ ਰਹਿਤ ਪ੍ਰਭੂ ਵਿੱਚ। ਸ਼ਬਦ ਸੁਸਾਰ ਦਾ ਮਤਲਬ ਜੋ ਸਾਰ ਸ਼ਬਦ ਹੈ, ਜਿਸ ਤਰ੍ਹਾਂ ਹੀ ਸੰਸਾਰ ਤਰਿਆ ਜਾਂਦਾ ਹੈ, ਜੋ ਹੁਕਮ ਹੈ ਉਹ ਉਸ ਪ੍ਰਭੂ ਦੇ ਵਿੱਚ ਹੀ ਸਾਰਾ ਕੁਝ ਸੀ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਮਤਲਬ ਮਿਲਵਾ ਇਹੀ ਹੋਵੇਗਾ। ਜੋ ਵੀ ਜੋਗੀ ਪੁੱਛ ਰਹੇ ਨੇ ਕਿ ਦੇਹ ਕਿੱਥੇ ਸੀ, ਜਾਂ ਮਨ ਕਿੱਥੇ ਸੀ, ਜਾਂ ਸ਼ਬਦ ਕਿੱਥੇ ਸੀ, ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਂਝਾ ਉੱਤਰ ਗੁਰੂ ਜੀ ਇਹ ਦੇ ਰਹੇ ਨੇ ਕਿ ਉਹ ਸਾਰਾ ਕੁਝ ਪ੍ਰਭੂ ਦੇ ਵਿੱਚ ਹੀ ਸਮਾਇਆ ਸੀ ਤੇ ਪ੍ਰਭੂ ਆਪ ਹੀ ਪ੍ਰਗਟ ਹੋ ਗਿਆ ਹੈ। ਤੋ ਅਕੁਲੀਨ ਰਹਿਤੋ ਸ਼ਬਦ ਸੁਸਾਰ, ਤਾਂ ਉਹ ਸ੍ਰੇਸ਼ਟ ਸ਼ਬਦ, ਸਿਫਤ, ਸਲਾਹ, ਹੁਕਮ ਸਭ ਰੱਬ ਦੇ ਵਿੱਚ ਹੀ ਸਮਾਇਆ ਹੋਇਆ ਸੀ। ਗੌਣ ਗगन जब तभे न हो तो त्रिपवन जोत आपे निरंकार। ਗੌਣ ਦਾ ਮਤਲਬ ਹੈ ਗਵਨ, ਗਮਨ, ਚਾਲ, ਤੇ ਚਾਲ ਦਾ ਮਤਲਬ ਹੈ ਜਗਤ ਦੀ ਚਾਲ, ਜਗਤ ਦੀ ਹੋਂਦ। ਇੱਥੇ ਗੌਣ ਦਾ ਮਤਲਬ ਹੈ ਜਗਤ ਦੀ ਹੋਂਦ। ਗੌਣ ਦਾ ਮਤਲਬ ਜਗਤ ਦੀ ਹੋਂਦ, ਤੇ ਗगन ਦਾ ਮਤਲਬ ਹੈ ਆਕਾਸ਼। ਗੌਣ ਗगन ਜਬ ਤਬਹਿ ਨਾ ਹੋਤੋ, ਕਿ ਜਦੋਂ ਜਗਤ ਦੀ ਹਸਤੀ ਨਹੀਂ ਸੀ ਔਰ ਆਕਾਸ਼ ਵਗੈਰਾ ਵੀ ਨਹੀਂ ਸੀ, ਯਾਨੀ ਅਦਿਸਤਾ ਜਗਤ, ਆਕਾਸ਼ ਵਗੈਰਾ ਜਾਂ ਜੋ ਵੀ ਅਦਿਸਤਾ ਜਗਤ ਹੈ, ਜਦੋਂ ਨਹੀਂ ਸੀ, ਤ੍ਰਿਪਵਨ ਜੋਤ ਆਪੇ ਨਿਰੰਕਾਰ, ਤਦੋਂ ਆਕਾਰ ਰਹਿਤ ਜੋ ਤ੍ਰਿਪਵਨੀ ਜੋਤ ਹੈ, ਭਾਵ ਜੋ ਹੁਣ ਸਾਨੂੰ ਇਹ ਸੰਸਾਰ ਦਿਸ ਰਿਹਾ ਹੈ, ਉਹ ਆਪਣੇ ਆਪੇ ਦੇ ਵਿੱਚ ਹੀ ਸਮਾਇਆ ਹੋਇਆ ਸੀ। ਇਹ ਨਿਰਗੁਣ ਸੀ, ਉਦੋਂ ਇਹਦਾ ਆਕਾਰ ਨਹੀਂ ਸੀ, ਨਿਰਗੁਣ ਸੀ। ਜਿਵੇਂ ਸਾਇੰਸ ਕਹਿੰਦੀ ਹੈ ਕਿ એનર્ਜੀ ਮੈਟੀਰੀਅਲ ਦਾ ਰੂਪ ਹੋ ਜਾਂਦੀ ਹੈ ਤੇ ਮੈਟੀਰੀਅਲ એનર્ਜੀ ਦਾ ਰੂਪ ਧਾਰਨ ਕਰ ਜਾਂਦਾ ਹੈ। ਇਸੇ ਤਰ੍ਹਾਂ ਨਿਰੰਕਾਰ ਹੀ ਸੰਸਾਰ ਹੈ, ਨਿਰਗੁਣ ਹੀ ਸਰਗੁਣ ਹੈ ਤੇ ਸਰਗੁਣ ਹੀ ਨਿਰਾਕਾਰ ਹੋ ਜਾਂਦਾ ਹੈ। ਨਿਰਗੁਣ ਔਰ ਸਰਗੁਣ ਸੁਨ ਸਮਾਧੀ ਆਪ ਹੀ ਆਪ ਇੱਕੋ ਹੀ ਹੈ, ਵੱਖਰਾ ਨਹੀਂ ਹੈ। ਜਿਵੇਂ ਪਾਣੀ ਹੀ ਲਹਿਰ ਬਣ ਗਿਆ ਹੈ, ਪਾਣੀ ਹੀ ਬੁਲਬੁਲਾ ਬਣਿਆ ਹੈ, ਬੁਲਬੁਲੇ ਔਰ ਲਹਿਰ ਪਾਣੀ ਤੋਂ ਵੱਖਰੇ ਨਹੀਂ, ਇੱਕ ਹੀ ਚੀਜ਼ ਹੈ। ਇਸੇ ਤਰ੍ਹਾਂ ਨਿਰਾਕਾਰ ਹੀ ਸਾਕਾਰ ਹੋ ਗਿਆ ਹੈ। ਨਿਰਾਕਾਰ ਤੋਂ ਸਾਕਾਰ ਅਸੀਂ ਇੰਜ ਕਹਿ ਸਕਦੇ ਹਾਂ ਜਿਵੇਂ ਇਹ ਸਾਕਾਰ ਨਿਰਾਕਾਰ ਦੀ ਲਹਿਰ ਹੋਵੇ, ਨਿਰਾਕਾਰ ਦਾ ਬੁਲਬੁਲਾ ਹੋਵੇ, ਪਰ ਉਹ ਬੁਲਬੁਲਾ ਔਰ ਲਹਿਰ ਕਦੇ ਪਾਣੀ ਤੋਂ ਵੱਖਰੇ ਨਹੀਂ ਹੁੰਦੇ, ਉਹਦਾ ਹੀ ਰੂਪ ਹੁੰਦੇ ਨੇ। ਇਸੇ ਤਰ੍ਹਾਂ ਜਦੋਂ ਗੌਣ ਗगन ਆ ਸੰਸਾਰ ਦੀ ਰਚਨਾ ਨਹੀਂ ਸੀ, ਤਾਂ ਉਦੋਂ ਉਹ ਨਿਰਗੁਣ ਦੇ ਵਿੱਚ ਸੀ, ਆਪਣੇ ਆਪ ਦੇ ਵਿੱਚ ਸਮਾਇਆ ਸੀ। ਵਰਨ ਪੇਖ ਅਸਰੂਪ ਸੋ ਏਕੋ, ਏਕੋ ਸ਼ਬਦ ਵਿਡਾਣੀ। ਵਰਨ ਪੇਖ ਅਸਰੂਪ ਸੋ ਏਕੋ, ਏਕੋ ਸ਼ਬਦ ਵਿਡਾਣੀ। ਵਿਡਾਣੀ ਦਾ ਮਤਲਬ ਅਸ਼ਚਰਜ। ਇੱਕੋ ਅਸ਼ਚਰਜ ਸ਼ਬਦ ਰੂਪ ਪ੍ਰਭੂ ਹੀ ਸੀ, ਉਹੀ ਜਗਤ ਦਾ ਰੰਗ ਪੇਖ ਤੇ ਰੂਪ ਸੀ। ਯਾਨੀ ਇਤ ਸ਼ਬਦ ਦਾ ਮਤਲਬ ਪ੍ਰਭੂ, ਉਹ ਆਪ ਹੀ ਰੱਬ ਸੀ, ਨਿਰਾਕਾਰ ਸੀ। ਉਹ ਆਪ ਹੀ ਜਗਤ ਦਾ ਵਰਨ ਰੂਪ ਪੇਖ ਸੀ ਤੇ ਆਪ ਹੀ ਅਦਿਸਤਾ ਜਗਤ ਹੈ। ਜਦੋਂ ਦਿਸਤਾ ਸੰਸਾਰ ਨਹੀਂ ਸੀ, ਵਰਨ ਪੇਖ ਅਸਰੂਪ ਸੋ ਏਕੋ, ਉਹ ਜਿਹੜਾ ਵਰਨ ਹੈ, ਰੰਗ ਹੈ, ਜਾਂ ਪੇਖ ਹੈ, ਜਾਂ ਰੂਪ ਹੈ, ਉਹ ਆਪ ਪ੍ਰਭੂ ਹੀ ਸੀ। ਉਹ ਇੱਕ ਸ਼ਬਦ ਦਾ ਇੱਥੇ ਅਰਥ ਹੈ ਅਕਾਲ ਪੁਰਖ। ਵਿਡਾਣੀ ਦਾ ਮਤਲਬ ਅਸ਼ਚਰਜ, ਉਹ ਹੈਰਾਨ ਕਰ ਦੇਣ ਵਾਲਾ ਆਪ ਹੀ ਆਪ ਸੀ। ਹੁਣ ਅੱਗੇ ਦੱਸਦੇ ਨੇ, ਸਾਚ ਬਿਨਾ ਸੋਚਾ ਕੋ ਨਾਹੀ, ਨਾਨਕ ਅਕਥ ਕਹਾਣੀ। ਤਾਂ ਪਿੱਛੇ ਸਵਾਲ ਸਨ ਨਾ ਕਿ ਬੰਦਾ ਇਹ ਮਹਾਨ ਸੱਚਾ ਕਿਵੇਂ ਹੋ ਸਕਦਾ ਹੈ, ਤੇ ਰਹਾਉ ਵਾਲੀਆਂ ਪੰਕਤੀਆਂ ਵੀ ਇਹੀ ਨੇ, ਕਿਆ ਭਵੀਐ ਸੱਚ ਸੂਚਾ ਹੋਏ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸਾਚ ਬਿਨਾ ਸੋਚਾ ਕੋ ਨਾਹੀ, ਨਾਨਕ ਅਕਥ ਕਹਾਣੀ। ਅਕਥ ਦਾ ਮਤਲਬ ਜੋ ਕਥਨ ਤੋਂ ਪਰੇ ਹੈ, ਜਿਹਦਾ ਅੰਤ ਨਹੀਂ ਪਾਇਆ ਜਾਂਦਾ। ਕਹਾਣੀ ਦਾ ਮਤਲਬ ਸਿਫਤ ਸਲਾਹ। ਤਾਂ ਸਦਾ ਕਾਇਮ ਰਹਿਣ ਵਾਲਾ ਜੋ ਸੱਚ ਹੈ ਨਾ, ਉਹਦੇ ਤੋਂ ਬਿਨਾ ਕੋਈ ਬੰਦਾ ਸੁੱਚਾ ਨਹੀਂ ਹੋ ਸਕਦਾ।
ਹੁਣ ਆਮ ਜਿਹੜੇ ਲੋਕ ਨੇ ਉਹ ਸਮਝਦੇ ਨੇ ਸ਼ਾਇਦ ਅਸੀਂ ਤੀਰਥਾਂ ਤੇ ਨਹਾਵਾਂਗੇ ਤਾਂ ਅਸੀਂ ਸੁੱਚੇ ਹੋ ਜਾਾਂਗੇ, ਪਾਪ ਲੈ ਜਾਣਗੇ, ਸਾਨੂੰ ਰੱਬ ਮਿਲੇਗਾ। ਹੁਣ ਇਹ ਜੋਗੀ ਲੋਕ ਵੀ ਜੰਗਲਾਂ ਵਿੱਚ ਇਸੇ ਤਰ੍ਹਾਂ ਹੀ ਵਿਚਰ ਰਹੇ ਨੇ, ਔਰ ਆਪਣੀ ਇਹਨਾਂ ਨੇ ਵਿਚਾਰ ਦੱਸੀ ਸੀ ਨਾ, ਤੀਰਥ ਨਹਾਈਏ ਸੁਖ ਫਲ ਪਾਈਏ, ਮੈਲ ਨਾ ਲਾਗੇ ਕਾਈ, ਕਿ ਅਸੀਂ ਤੀਰਥਾਂ ਤੇ ਨਹਾਉਂਦੇ ਆ, ਕੰਦ ਮੂਲ ਖਾਂਦੇ ਆ, ਸਾਨੂੰ ਮੈਲ ਨਹੀਂ ਲੱਗਦੀ, ਅਸੀਂ ਸੁੱਖਾਂ ਦਾ ਫਲ ਖਾਂਦੇ ਆ। ਤਾਂ ਗੁਰੂ ਜੀ ਕਹਿੰਦੇ ਨੇ ਸੱਚ ਤੋਂ ਬਿਨਾ ਬੰਦਾ ਸੁੱਚਾ ਨਹੀਂ ਹੋ ਸਕਦਾ। ਕਿਵੇਂ ਸੁੱਚਾ ਹੋਏਗਾ? ਕਿਉਂਕਿ ਖੋਟ ਤੇ ਅੰਦਰ ਭਰਿਆ ਹੈ। ਵੈਰ, ਵਿਰੋਧ, ਹੰਕਾਰ, ਈਗੋ, ਝੂਠ, ਫਰੇਬੇ ਤੇ ਬੰਦੇ ਦੇ ਅੰਦਰ ਭਰੇ ਨੇ, ਤੇ ਸਮਾਧੀਆਂ ਬੰਦਾ ਬਾਹਰੋਂ ਲਾਈ ਬੈਠਾ। ਆਂਟ ਸੇਤੀ ਨਾਕ ਪਕੜੇ, ਸੂਝ ਤੇ ਤਿੰਨ ਲੋ, ਮਗਰ ਪਾਛੇ ਕਛ ਨਾ ਸੂਝੇ, ਇਹ ਪਦਮ ਅਲੋ। ਗੁਰੂ ਜੀ ਨੇ ਦੇਖਿਆ ਨਾ ਇੱਕ ਸੰਨਿਆਸੀ ਨੂੰ, ਜਿਹੜਾ ਨੱਕ ਫੜ ਕੇ ਬੈਠਾ ਹੈ ਔਰ ਲੋਕਾਂ ਨੂੰ ਕਹਿ ਰਿਹਾ ਹੈ ਕਿ ਮੈਨੂੰ ਤਿੰਨੇ ਲੋਕ ਦਿਸ ਰਹੇ ਨੇ, ਆਗਮ ਨਿਗਮ ਦੀ ਮੈਨੂੰ ਸੂਝੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿ ਕੇ ਉਸ ਦਾ ਪੈਸੇ ਵਾਲਾ ਗੜਵਾ ਪਿੱਛੇ ਰਖਾ ਦਿੰਦੇ ਨੇ। ਤੇ ਜਦੋਂ ਗੜਵੇ ਵਿੱਚ ਪੈਸੇ ਪੈਣ ਦੀ ਆਵਾਜ਼ ਬੰਦ ਹੁੰਦੀ ਹੈ ਤੇ ਜੋਗੀ ਅੱਖਾਂ ਖੋਲ ਕੇ ਵੇਂਦਾ ਸੰਨਿਆਸੀ ਕਿ ਪੈਸਿਆਂ ਵਾਲਾ ਗੜਵਾ ਤੇ ਕਿਸੇ ਚੁੱਕ ਲਿਆ, ਤੇ ਹੁਣ ਲੋਹਾ ਲਾਖਾ ਹੋਇਆ ਪਿਆ ਹੈ, ਅੱਗ ਬਬੂਲਾ ਹੋ ਗਿਆ ਹੈ। ਕੌਣ ਹੈ ਜਿਨਨੇ ਮੇਰਾ ਪੈਸਿਆਂ ਵਾਲਾ ਗੜਵਾ ਚੁਰਾਇਆ ਹੈ? ਮੈਂ ਭਸਮ ਕਰ ਦਿਆਂਗਾ, ਉਡਾ ਦਿਆਂਗਾ। ਇਹ ਲੋਕ ਡਰ ਰਹੇ ਨੇ, ਪਰ ਗੁਰੂ ਨਾਨਕ ਦੇਵ ਜੀ ਸ਼ਾਂਤ ਚਿਤ ਪੁੱਛਦੇ ਨੇ ਕਿ ਇਹ ਸਾਧੂ ਮਹਾਤਮਾ ਜੀ, 2 ਮਿੰਟ ਪਹਿਲਾਂ, ਇੱਕ ਪਲ ਪਹਿਲਾਂ ਤਾਂ ਤੈਨੂੰ ਤਿੰਨੇ ਲੋਕ ਦਿਸ ਰਹੇ ਸਨ, ਬ੍ਰਹਮਾ ਲੋਕ, ਸ਼ਿਵ ਲੋਕ ਤੇ ਇੰਦਰ ਲੋਕ, ਤੇ ਨਜ਼ਰ ਮਾਰ ਖਾਂ ਤੇਰਾ ਗੜਵਾ ਕਿਹੜੇ ਲੋਕ ਚ? ਤੈਨੂੰ ਗੜਵਾ ਨਹੀਂ ਦਿਸਦਾ। 3 ਲੋਕ ਤੈਨੂੰ ਦਿਸ ਰਹੇ ਨੇ, ਪਿੱਛੇ ਪਿਆ ਗੜਵਾ ਨਹੀਂ ਦਿਸਦਾ, ਤੇਰੀ ਪਿੱਠ ਪਿੱਛੇ ਰੱਖਿਆ ਹੋਇਆ ਹੈ। ਤਾਂ ਲੋਕਾਂ ਨੂੰ ਠੱਗ ਰਹੇ ਨੇ ਨਾ। ਹੁਣ ਠੱਗੀ ਹੈ, ਲੇਕਿਨ ਬਾਹਰੋਂ ਉਹ ਨਾਤਾ ਧੋਤਾ ਹੈ, ਸਮਾਧੀ ਲਾ ਰਿਹਾ ਹੈ, ਧਾਰਮਿਕ ਪਹਿਨਾਵਾ ਪਹਿਨਿਆ ਹੋਇਆ ਹੈ। ਤਾਂ ਅੰਦਰ ਸੱਚ ਚਾਹੀਦਾ ਹੈ। ਜੇ ਅੰਦਰ ਸੱਚ ਨਹੀਂ ਤਾਂ ਬੰਦਾ ਇਹਨਾਂ ਕੰਮਾਂ ਦੇ ਨਾਲ ਕਦੇ ਵੀ ਸੁੱਚਾ ਨਹੀਂ ਹੁੰਦਾ। ਜਿੰਨੇ ਮਰਜ਼ੀ ਕੋਈ ਤੀਰਥਾਂ ਤੇ ਨਾ ਲਵੇ, ਸਮਾਧੀਆਂ ਲਾ ਲਵੇ, ਬਾਣੇ ਪਾ ਲਵੇ, ਜੰਗਲਾਂ ਵਿੱਚ ਚਲਾ ਜਾਏ, ਭੂਰਿਆਂ ਵਿੱਚ ਵੜ ਜਾਏ, ਪਹਾੜਾਂ ਤੇ ਚੜ ਜਾਏ, ਤਾਂ ਗੁਰੂ ਜੀ ਕਹਿੰਦੇ ਨੇ ਅਕਥ ਕਹਾਣੀ ਜੋ ਅਨੰਤ ਪ੍ਰਭੂ ਦੀ ਸਿਫਤ ਸਲਾਹ ਹੈ। ਸਾਨੂੰ ਰੱਬੀ ਗੁਣ ਗਾਣੇ ਚਾਹੀਦੇ ਨੇ, ਸੱਚ ਦੇ ਧਾਰਨੀ ਹੋਣਾ ਚਾਹੀਦਾ ਹੈ, ਤਾਂ ਹੀ ਇਨਸਾਨ ਸੁੱਚਾ ਹੋ ਸਕਦਾ ਹੈ। ਇਹ ਨਹੀਂ ਕਿ ਅਸੀਂ ਆਪਣਾ ਪ੍ਰਸ਼ਾਦਾ ਆਪ ਬਣਾ ਕੇ ਛਕ ਲਿਆ। ਸੁੱਚਮਤਾ ਵੱਖਰੀ ਗੱਲ ਹੈ, ਸਫਾਈ ਵੱਖਰੀ ਗੱਲ। ਸਫਾਈ ਰੱਖਣੀ ਅਤਿਅੰਤ ਜ਼ਰੂਰੀ ਹੈ। ਇਹਦਾ ਮਤਲਬ ਇਹ ਨਹੀਂ ਕਿ ਝੂਠੇ ਮਿੱਠੇ ਹੱਥਾਂ ਦੇ ਨਾਲ ਜੋ ਮਰਜ਼ੀ ਕਰੀ ਜਾਓ, ਐਵੇਂ ਨਹੀਂ। ਸਫਾਈ ਜ਼ਰੂਰੀ ਹੈ, ਪਰ ਸਫਾਈ ਨੂੰ ਪਵਿੱਤਰਤਾ ਦਾ ਦਰਜਾ ਦੇਣਾ ਕਿ ਸਿਰਫ ਬਾਹਰੀ ਸਫਾਈ ਰੱਖਿਆ ਹੀ ਰੱਬ ਮਿਲ ਜਾਏਗਾ, ਉਹ ਚੀਜ਼ ਨਹੀਂ ਹੈ। ਰੱਬ ਦਾ ਧਰਮ ਦਾ ਸੰਬੰਧ ਅੰਦਰਲੀ ਸਫਾਈ ਦੇ ਨਾਲ ਹੈ, ਮੈਂਟੈਲਿਟੀ ਦੇ ਨਾਲ। ਤਾਂ ਸੱਚ ਤੋਂ ਬਿਨਾਂ ਕਦੇ ਵੀ ਮੈਂਟੈਲਿਟੀ ਸਾਫ਼ ਸੁਥਰੀ ਨਹੀਂ ਹੋ ਸਕਦੀ। ਹੁਣ ਅਗਲਾ ਸਵਾਲ ਕਰ ਰਹੇ ਨੇ, ਕਿਤ ਕਿਤ ਬਿਧ ਜਗ ਉਪਜੈ ਪੁਰਖਾ, ਕਿਤ ਕਿਤ ਦੁੱਖ ਬਿਨਸ ਜਾਈ। ਕਿਤ ਕਿਤ ਬਿਧ ਦਾ ਮਤਲਬ ਕਿਸ ਨਾਲ, ਕਿਸ ਤਰੀਕੇ ਨਾਲ। ਪੁਰਖਾ ਦਾ ਮਤਲਬ ਹੈ ਪੁਰਖ। ਦੁੱਖ ਦਾ ਮਤਲਬ ਦੁੱਖ ਨਾਲ, ਦੁੱਖ ਵਿੱਚ ਜਾਂ ਦੁੱਖ ਦੇ ਰਾਹੀਂ। ਤਾਂ ਸਵਾਲ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਸੰਸਾਰ ਪੈਦਾ ਹੁੰਦਾ ਹੈ, ਤੇ ਕਿਤ ਕਿਤ ਦੁੱਖ ਬਿਨਸ ਜਾਈ, ਕਿਸ ਤਰ੍ਹਾਂ ਦੁੱਖ ਵਿੱਚ ਪੈਂਦਾ ਹੈ ਤੇ ਕਿਵੇਂ ਇਹ ਨਾਸ ਹੋ ਜਾਂਦਾ ਹੈ। ਯਾਨੀ ਇਹ ਜਗਤ ਦੇ ਜੋ ਪੁਰਖ ਨੇ, ਜਗਤ ਦੇ ਜੋ ਇਨਸਾਨ ਨੇ ਜਾਂ ਜਗਤ ਹੈ, ਕਿਵੇਂ ਪੈਦਾ ਹੋ ਰਿਹਾ ਹੈ ਔਰ ਕਿਵੇਂ ਇਹ ਦੁੱਖਾਂ ਦੇ ਅੰਦਰ ਪੈ ਕੇ ਨਾਸ ਹੋ ਜਾਂਦਾ ਹੈ, ਇਹਦਾ ਆਤਮਿਕ ਮੌਤ ਸਹਿੜ ਲੈਂਦਾ ਹੈ ਜਾਂ ਦੁੱਖ ਸਹਿੜ ਲੈਂਦਾ ਹੈ। ਤਾਂ ਗੁਰੂ ਜੀ ਇਸ ਦਾ ਉੱਤਰ ਦੇ ਰਹੇ ਨੇ, ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਹਉਮੈ ਦਾ ਮਤਲਬ ਹੈ ਵੱਖਰਾਪਨ। ਵੱਖਰੇਪਨ ਦੇ ਅੰਦਰ ਬੰਦਾ ਪੈਦਾ ਹੁੰਦਾ ਹੈ। ਹੁਣ ਦੇਖਦੇ ਹਾਂ ਕਿ ਜਦੋਂ ਬੰਦਾ ਪੈਦਾ ਹੋ ਰਿਹਾ ਨਾ, ਤੇ ਵੱਖਰਾਪਨ ਲੈ ਕੇ ਪੈਦਾ ਹੋ ਰਿਹਾ ਹੈ। ਹਉਮੈ ਦਾ ਮਤਲਬ ਇੱਥੇ ਵੱਖਰਾਪਨ, ਵੱਖਰੀ ਪਹਿਚਾਣ। ਹਰ ਇੱਕ ਦੀ ਪਹਿਚਾਣ ਵੱਖਰੀ ਹੈ। ਕਿਸੇ ਦੀ ਅਕਲ ਸ਼ਕਲ ਕਿਸੇ ਦੂਜੇ ਦੇ ਨਾਲ ਨਹੀਂ ਨਾ ਰਲਦਾ, ਬੋਲ ਨਹੀਂ ਰਲਦੇ, ਬੋਲੀ ਨਹੀਂ ਰਲਦੀ, ਫਿੰਗਰਪ੍ਰਿੰਟ ਨਹੀਂ ਮਿਲਦੇ। ਹਰ ਇੱਕ ਦੀ ਜਿਹੜੀ ਹੈ ਸ਼ਕਲ ਉਹ ਵੱਖੋ ਵੱਖਰੀ ਹੈ, ਵੱਖਰੀ ਵੱਖਰੀ ਪਹਿਚਾਣ ਹੈ ਹਰ ਇੱਕ ਦੀ। ਤਾਂ ਜਗਤ ਦਾ ਹਰ ਜੀਵ ਵਖਰੇਵੇਂ ਵਿੱਚ ਪੈਦਾ ਹੋ ਰਿਹਾ ਹੈ।
ਵੱਖਰੀ ਪਹਿਚਾਨ ਲੈ ਕੇ ਆ ਰਿਹਾ ਹੈ। ਹਰ ਇੱਕ ਦੀ ਵੱਖਰੀ ਪਹਿਚਾਨ ਹੈ। ਸਰੀਰਕ ਤੌਰ ਤੇ ਨਾਮ ਵਿਸਰੇ ਦੁੱਖ ਪਾਈ, ਨਾਮ ਵਿਸਰਨ ਕਰਕੇ ਯਾਨੀ ਰੱਬ ਦੇ ਹੁਕਮ ਨੂੰ ਭੁਲਾਣ ਕਰਕੇ ਦੁੱਖ ਪਾਈ ਦਾ ਮਤਲਬ ਹੈ ਬੰਦਾ ਦੁੱਖ ਪਾਉਂਦਾ ਹੈ। ਜਦੋਂ ਬੰਦਾ ਹੁਕਮ ਨੂੰ ਵਿਸਾਰ ਦਿੰਦਾ ਨਾ, ਹੁਕਮ ਨੂੰ ਭੁੱਲ ਜਾਂਦਾ ਹੈ, ਹੁਕਮ ਨੂੰ ਤੋੜਦਾ ਹੈ, ਸਿਸਟਮ ਨੂੰ ਤੋੜਦਾ ਹੈ, ਉਦੋਂ ਦੁੱਖ ਪਾਉਂਦਾ ਹੈ। ਜਦੋਂ ਰੱਬੀ ਗੁਣਾਂ ਦੇ ਨਾਲੋਂ ਟੁੱਟਦਾ ਉਦੋਂ ਦੁੱਖ ਪਾਉਂਦਾ ਹੈ, ਔਰ ਉਦੋਂ ਇਹ ਆਤਮਕ ਮੌਤ ਤੇ ਮਰ ਜਾਂਦਾ ਹੈ। ਤੇ ਹਕੀਕਤ ਹੈ ਸਾਡੇ ਸਾਹਮਣੇ ਹੈ। ਹੁਣ ਇਹ ਕੁਦਰਤ ਦਾ ਇੱਕ ਸਿਸਟਮ ਹੈ ਨਾ, ਜਿਸ ਸਿਸਟਮ ਦੇ ਅੰਦਰ ਕੁਦਰਤ ਚੱਲ ਰਹੀ ਹੈ, ਉਤਪत्ति, ਲਹਿਤਾ, ਪਾਲਣਾ, ਸੰਚਾਲਨ ਸਾਰਾ ਕੁਝ ਹੋ ਰਿਹਾ ਨਾ। ਅਨੰਤ ਆਕਾਸ਼ ਗੰਗਾਵਾਂ ਭੁਆਟਲੀਆਂ ਲੈ ਰਹੀਆਂ ਨੇ, ਜੀਵ ਜੰਤ ਪੈਦਾ ਹੋ ਰਹੇ ਨੇ, ਨਵੇਂ ਤਾਰੇ ਪੈਦਾ ਹੋ ਰਹੇ ਨੇ, ਪੁਰਾਣੇ ਖਤਮ ਹੋ ਰਹੇ ਨੇ, ਸਾਡੇ ਸਰੀਰ ਵਿੱਚ ਨਵੇਂ ਸੈੱਲ ਪੈਦਾ ਹੁੰਦੇ ਨੇ, ਪੁਰਾਣੇ ਮਰਦੇ ਨੇ, ਸਾਰਾ ਕੁਝ ਚੱਲੀ ਜਾ ਰਿਹਾ ਨਾ। ਸਿਸਟਮ ਹੈ ਇੱਕ। ਇਹਦਾ ਮਤਲਬ ਸਾਰੇ ਸੰਸਾਰ ਦੀ ਸੁੰਦਰਤਾ ਦਾ ਰਾਜ ਹੀ ਇੱਕ ਸਿਸਟਮ ਹੈ, ਚੰਗਾ ਸਿਸਟਮ। ਤੇ ਸਾਡੇ ਜੀਵਨ ਦੇ ਸੁੱਖਾਂ ਦਾ ਵੀ ਕੋਈ ਸਿਸਟਮ ਹੈ। ਜੇ ਅਸੀਂ ਇਸ ਸਿਸਟਮ ਨੂੰ ਚੰਗਾ ਬਣਾ ਲਵਾਂਗੇ, ਸੁੱਖਾਂ ਵਾਲਾ ਬਣਾ ਲਵਾਂਗੇ, ਤਾਂ ਸਾਡੀ ਜ਼ਿੰਦਗੀ ਵਿੱਚ ਸੁੱਖ ਪੈਦਾ ਹੋ ਜਾਣਗੇ। ਤੇ ਜੇ ਅਸੀਂ ਆਪਣੇ ਸਿਸਟਮ ਨੂੰ ਵਿਗਾੜ ਲਵਾਂਗੇ ਤਾਂ ਜ਼ਿੰਦਗੀ ਦੇ ਅੰਦਰ ਦੁੱਖ ਪੈਦਾ ਹੋ ਜਾਣਗੇ। ਇਸ ਲਈ ਇਸ ਦੁਨੀਆ ਵਿੱਚ ਜੋ ਸੁੱਖ ਔਰ ਦੁੱਖ ਨੇ, ਉਹ ਕਿਸਮਤ ਕਰਕੇ ਨਹੀਂ, ਉਹ ਸਿਸਟਮ ਕਰਕੇ ਨੇ। ਜਿਵੇਂ ਅਸੀਂ ਇਹਨਾਂ ਦੇਸ਼ਾਂ ਦੀ ਆਮ ਗੱਲ ਕਰਦੇ ਹਾਂ ਨਾ, ਕਿਉਂਕਿ ਅਸੀਂ ਹੁਣ ਜੋ ਇਹਨਾਂ ਦੇਸ਼ਾਂ ਵਿੱਚ ਰਹਿਣ ਵਾਲੇ ਨੇ, ਇੰਡੀਆ ਤੋਂ ਜਿਵੇਂ ਅਸੀਂ ਆਏ ਜਾਂ ਹੋਰ ਦੇਸ਼ਾਂ ਚ ਲੋਕ ਆਏ ਨੇ, ਤਾਂ ਇਹਨਾਂ ਦੇਸ਼ਾਂ ਦਾ ਸਿਸਟਮ ਸੁਧਰਿਆ ਹੋਇਆ ਹੈ। ਜਿਵੇਂ ਆਮ ਕਰਕੇ ਟੈਕਸ ਦੀ ਚੋਰੀ ਨਹੀਂ, ਰਿਸ਼ਵਤਖੋਰੀ ਨਹੀਂ ਹੈ, 100 50 ਦੇ ਕੇ ਜੋ ਮਰਜ਼ੀ ਕਰੀ ਜਾਓ, ਟ੍ਰੈਫਿਕ ਨਿਯਮਾਂ ਨੂੰ ਤੋੜੀ ਜਾਓ, ਤਾਂ ਇੱਥੇ ਸਿਸਟਮ ਹੈ ਨਾ। ਤਾਂ ਉਹ ਸਿਸਟਮ ਕਰਕੇ ਇੱਥੇ ਸੁੱਖ ਸਹੂਲਤਾਂ ਨੇ। ਟੈਕਸ ਦੀ ਜੇ ਚੋਰੀ ਨਹੀਂ, ਰਿਸ਼ਵਤ ਨਹੀਂ, ਤਾਂ ਉਹ ਟੈਕਸ ਕਰਕੇ ਹੀ ਜਿੰਨੀਆਂ ਵੀ ਸੜਕਾਂ ਨੇ, ਜਾਂ ਲਾਈਟ ਸਿਸਟਮ ਹੈ, ਜਾਂ ਹੈਲਥ ਦਾ ਹੈ, ਸਾਰੀਆਂ ਸਹੂਲਤਾਂ ਕਿਉਂ ਮਿਲ ਰਹੀਆਂ ਨੇ? ਕਿਉਂਕਿ ਸਿਸਟਮ ਠੀਕ ਹੈ ਨਾ। ਤੇ ਆਪਣੇ ਉਧਰ ਦੇਖੋ, ਬਹੁਤ ਵਧੀਆ ਦੇਸ਼ ਹੈ, ਬੜਾ ਵਧੀਆ ਕਲਚਰ ਹੈ, ਲੇਕਿਨ ਸਿਸਟਮ ਵਿਗੜਿਆ ਹੈ। ਰਿਸ਼ਵਤਖੋਰੀ, ਹਰ ਬੰਦਾ ਕੁਝ ਚੰਦ ਲੋਕਾਂ ਨੂੰ ਛੱਡ ਕੇ ਰਿਸ਼ਵਤ ਤੋਂ ਬਿਨਾਂ ਕੋਈ ਕੰਮ ਨਹੀਂ ਹੈ। ਸਿਸਟਮ ਜਿਹੜਾ ਹੈ ਉਹ ਠੀਕ ਨਹੀਂ ਹੈ, ਟ੍ਰੈਫਿਕ ਦੇ ਰੂਲ ਨਹੀਂ ਹੈਗੇ, ਆਪਾਂ ਸਮਝਦੇ ਆ ਨਾ। ਤਾਂ ਉਹ ਸਿਸਟਮ ਗਲਤ ਹੋਣ ਕਰਕੇ ਉੱਥੇ ਦੁੱਖ ਨੇ। ਇਧਰ ਉਹਨੇ ਦੁੱਖ ਨਹੀਂ ਹੈ, ਇਧਰ ਜਿਹੜੇ ਨੇ ਉਹਨੇ ਦੁੱਖ ਨਹੀਂ ਹੈਗੇ ਜਿੰਨੇ ਉਧਰ ਨੇ। ਤਾਂ ਉਹਦਾ ਹੁਣ ਰੀਜਨ ਕੀ ਹੈ? ਰੀਜਨ ਉਹਦਾ ਇਹੀ ਹੋਇਆ ਨਾ ਕਿ ਮਤਲਬ ਸਿਸਟਮ ਠੀਕ ਹੈ। ਤੇ ਜਦੋਂ ਅਸੀਂ ਸਿਸਟਮ ਨੂੰ ਠੀਕ ਕਰਾਂਗੇ ਤਾਂ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ ਸ਼ਾਂਤੀ ਜਿਹੜੀ ਹੈ ਉਹ ਆ ਸਕਦੀ ਹੈ। ਨਾਮ ਵਿਸਰੇ ਦੁੱਖ ਪਾਈ, ਜਦੋਂ ਬੰਦਾ ਨਾਮ ਨੂੰ ਭੁਲਾ ਦਿੰਦਾ ਹੈ ਤਾਂ ਉਦੋਂ ਜੀਵਨ ਦੇ ਅੰਦਰ ਦੁੱਖ ਪੈਦਾ ਹੋ ਜਾਂਦੇ ਨੇ। ਨਾਮ ਵਿਸਰੇ ਦੁੱਖ ਪਾਈ। ਇਹਨਾਂ ਦੇਸ਼ਾਂ ਦੇ ਅੰਦਰ ਜੋ ਛੋਟੀ ਮੋਟੀਆਂ ਪ੍ਰੋਬਲਮਸ ਨੇ, ਉਹ ਵੀ ਸਿਸਟਮ ਜਦੋਂ ਕਿਤੇ ਕੋਈ ਤੋੜਦਾ ਉਦੋਂ ਪੈਦਾ ਹੁੰਦੀਆਂ ਨੇ। ਤੇ ਜੇ ਲੋਕ ਇਸ ਸਿਸਟਮ ਨੂੰ ਨਾ ਤੋੜਨ ਤਾਂ ਇੱਥੇ ਉਹ ਵੀ ਪ੍ਰੋਬਲਮਸ ਨਾ ਪੈਦਾ ਹੋਣ। ਤਾਂ ਇਹਦਾ ਮਤਲਬ ਜਦੋਂ ਬੰਦਾ ਰੱਬੀ ਹੁਕਮ ਨੂੰ ਤੋੜਦਾ ਹੈ, ਲਾ ਆਫ ਨੇਚਰ ਨੂੰ ਤੋੜਦਾ ਹੈ, ਉਦੋਂ ਬੰਦੇ ਦੀ ਜ਼ਿੰਦਗੀ ਦੇ ਅੰਦਰ ਦੁੱਖ ਪੈਦਾ ਹੁੰਦੇ ਨੇ। ਨਾਮ ਵਿਸਰਿਆ, ਸਿਸਟਮ ਨੂੰ ਤੋੜਿਆ, ਰੱਬੀ ਗੁਣਾਂ ਨੂੰ ਭੁਲਾਇਆ, ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਜਦੋਂ ਰੱਬੀ ਗੁਣਾਂ ਨੂੰ ਭੁੱਲ ਜਾਂਦਾ ਹੈ, ਰੱਬ ਨੂੰ ਭੁਲਾ ਦਿੰਦਾ ਹੈ, ਰੱਬੀ ਹੁਕਮ ਨੂੰ ਭੁਲਾ ਦਿੰਦਾ ਹੈ, ਤਾਂ ਇਹ ਬੰਦਾ ਜਿਹੜਾ ਹੈ ਦੁੱਖ ਪਾਉਂਦਾ ਹੈ। ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੈ, ਹਉਮੈ ਸ਼ਬਦ ਜਲਾਏ। ਗੁਰਮੁਖ ਹੋਵੇ ਦਾ ਮਤਲਬ ਜੋ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ। ਸ਼ਬਦ ਦਾ ਮਤਲਬ ਹੈ ਗੁਰੂ ਦੇ ਸ਼ਬਦ ਦੀ ਰਾਹੀਂ, ਉਪਦੇਸ਼ ਦੀ ਰਾਹੀਂ, ਗੁਰੂ ਦੇ ਗਿਆਨ ਦੀ ਰਾਹੀਂ। ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ, ਗੁਰਮੁਖ ਹੋਵੇ ਦਾ ਮਤਲਬ ਜੋ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ। ਉਹਦੀ ਨਿਸ਼ਾਨੀ ਕੀ ਹੈ? ਸੋ ਗਿਆਨ ਤਤ ਵਿਚਾਰੈ, ਉਹ ਤਤ ਗਿਆਨ ਦੀ ਵਿਚਾਰ ਕਰਦਾ ਹੈ। ਤਤ ਗਿਆਨ, ਨਿਰੋਲ ਗਿਆਨ, ਸੱਚਾ ਗਿਆਨ। ਉਹ ਗਿਆਨ ਦੀ ਦੁਰਵਰਤੋਂ ਨਹੀਂ ਕਰਦਾ, ਗਿਆਨ ਦੀ ਸਹੀ ਵਰਤੋਂ ਕਰਦਾ ਹੈ। ਇਹਨੂੰ ਕਹਿੰਦੇ ਨੇ ਤਤ ਗਿਆਨ। ਬਿਲਕੁਲ ਸੱਚ, ਅਸਲੀਅਤ ਨੂੰ ਜਾਣਨਾ। ਗਿਆਨ ਰਾਹੀਂ ਅਸਲੀਅਤ ਨੂੰ ਵੇਖਦਾ ਹੈ, ਸੱਚ ਨੂੰ ਵੇਖਦਾ ਹੈ, ਤਤ ਗਿਆਨ ਦੀ ਵਿਚਾਰ ਕਰਦਾ ਹੈ। ਐਵੇਂ ਉਹ ਨਹੀਂ ਕਿ ਐਵੇਂ ਅਗਿਆਨ ਭਰੀਆਂ ਗੱਲਾਂ ਕਰੀ ਜਾਏ, ਬਿਨਾਂ ਸਮਝਣ ਤੋਂ ਗੱਲਾਂ ਜੋ ਮਰਜ਼ੀ ਮੰਨੀ ਜਾਵੇ। ਜਿਵੇਂ
ਆਮ ਲੋਕ ਨੇ ਆ ਭੂਤਾਂ ਪ੍ਰੇਤਾਂ ਨੂੰ ਮੰਨੀ ਜਾ ਰਹੇ ਨੇ, ਜੰਤਰਾਂ ਮੰਤਰਾਂ ਨੂੰ, ਆ ਜਿਹੜੀਆਂ ਕਰਾਮਾਤਾਂ ਵਗੈਰਾ ਨੇ, ਕਿੰਨਾ ਕੁਛ ਅਸੀਂ ਮੰਨੀ ਜਾ ਰਹੇ ਹਾਂ। ਵਰਤ ਨਰਾਤੇ ਸਰਾਧ ਨੇ ਜਾਂ ਕਿੰਨੇ ਸਾਰੇ ਹੋਰ ਕਰਮ ਕਾਂਡ ਨੇ ਜੋ ਬੰਦਾ ਕਰੀ ਜਾ ਰਿਹਾ ਹੈ ਬਿਨਾਂ ਸੋਚਣ ਸਮਝਣ ਤੋਂ ਕਿ ਇਹਨਾਂ ਦਾ ਲਾਭ ਕੀ ਹੈ, ਇਹਦੇ ਨਾਲ ਮੈਨੂੰ ਮਿਲ ਕੀ ਰਿਹਾ ਹੈ, ਜੋ ਮੈਂ ਕਰਮ ਕਰ ਰਿਹਾ ਇਹਦੇ ਨਾਲ ਸਮਾਜ ਦਾ ਕੀ ਭਲਾ ਹੋਏਗਾ, ਮੇਰਾ ਕੀ ਭਲਾ ਹੋਏਗਾ, ਜਾਂ ਇਹਦਾ ਇਸ ਨੇਚਰ ਨੂੰ ਜਾਂ ਚਾਰ ਚੁਫੇਰੇ ਉਹਦਾ ਕੀ ਅਸਰ ਹੋਏਗਾ। ਤਾਂ ਗੁਰਮੁਖ ਜਿਹੜਾ ਬੰਦਾ ਹੈ, ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ, ਉਹ ਤਤ ਗਿਆਨ ਦੀ ਵਿਚਾਰ ਕਰਦਾ ਹੈ। ਉਹ ਐਵੇਂ ਨਹੀਂ ਜੰਗਲਾਂ ਵਿੱਚ ਤੁਰਿਆ ਫਿਰਦਾ। ਦੇਖੋ ਉਹਨਾਂ ਲੋਕਾਂ ਦੇ ਨਾਲ ਗੱਲ ਹੋ ਰਹੀ ਹੈ ਜਿਹੜੇ ਆਪਣੇ ਆਪ ਨੂੰ ਸਿੱਧ ਸਮਝਦੇ ਨੇ, ਲੋਕ ਵੀ ਸਮਝਦੇ ਸਨ, ਉਹਨਾਂ ਨੂੰ ਇਹ ਚੀਜ਼ਾਂ ਸਮਝਾਈਆਂ ਜਾ ਰਹੀਆਂ ਨੇ। ਤੇ ਅੱਜ ਜਦੋਂ ਅਸੀਂ ਆਪਣੇ ਬਾਬਿਆਂ ਵੱਲ ਝਾਤ ਮਾਰਦੇ ਹਾਂ ਤਾਂ ਸਿਰਫ ਪਹਿਨਾਵਾ ਬਦਲਿਆ ਹੈ, ਹੋਰ ਕੁਝ ਨਹੀਂ ਬਦਲਿਆ। ਗੱਲ ਉੱਥੇ ਹੀ ਹੈ। ਇਸ ਲਈ ਜ਼ਰੂਰਤ ਹੈ ਤਤ ਗਿਆਨ ਨੂੰ ਸਮਝਣ ਦੀ। ਆਪ ਸਮਝਣਾ ਪਵੇਗਾ ਸਿੱਖ ਨੂੰ, ਆਪ ਗੁਰੂ ਦੀ ਬਾਣੀ ਪੜ੍ਹਨੀ ਪਵੇਗੀ, ਆਪ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਪਵੇਗੀ। ਔਰ ਜੇ ਗੁਰਬਾਣੀ ਤੋਂ ਕੁਝ ਉਲਟ ਕਹਿੰਦਾ ਹੈ ਤਾਂ ਜਿੰਨੀ ਮਰਜ਼ੀ ਵੱਡੀ ਹਸਤੀ ਹੋਵੇ ਉਹਨੂੰ ਨਕਾਰਨਾ ਪਵੇਗਾ। ਗੁਰੂ ਤੋਂ ਵੱਡਾ ਕੋਈ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਦੇ ਨਾਲ ਲੜਨਾ ਹੈ, ਝਗੜਨਾ ਹੈ ਨਾ। ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ, ਆਪਣੇ ਜੀਵਨ ਨੂੰ ਗੁਰਬਾਣੀ ਮੁਤਾਬਕ ਜੀਵਨ। ਹਉਮੈ ਸ਼ਬਦ ਜਲਾਏ, ਹੁਣ ਗੁਰੂ ਦੇ ਸ਼ਬਦ ਰਾਹੀਂ ਉਹ ਆਪਣੀ ਹਉਮੈ ਨੂੰ ਸਾੜ ਲੈਂਦਾ ਹੈ। ਜਿਹਨੇ ਸੱਚ ਨਾਲ ਜੁੜਨਾ ਹੈ ਨਾ, ਤਤ ਗਿਆਨ ਦੀ ਵਿਚਾਰ ਕਰਨੀ ਹੈ, ਉਹਨੂੰ ਗੁਰੂ ਉਪਦੇਸ਼ ਰਾਹੀਂ ਆਪਣੀ ਹਉਮੈ ਸਾੜਨੀ ਪਵੇਗੀ, ਆਪ ਹੁਦਰਾਪਨ ਛੱਡਣਾ ਪਵੇਗਾ, ਆਪਣੀ ਮੱਤ ਛੱਡਣੀ ਪਵੇਗੀ। ਹੁਣ ਜੇ ਮੈਂ ਆਪਣੀ ਮੱਤ ਨੂੰ ਹੀ ਅਪਣਾਈ ਰੱਖਾਂ ਕਿ ਮੈਂ ਤੇ ਗੁਰਬਾਣੀ ਤੇ ਪੜਾਂਗਾ, ਪਾਠ ਵੀ ਕਰਾਂਗਾ ਜ਼ਰੂਰ, ਪਰ ਮੈਂ ਕਬਰ ਤੇ ਪੀਰ ਦੇ ਉੱਤੇ ਵੀਰਵਾਰ ਵਾਲੇ ਦਿਨ ਜ਼ਰੂਰ ਦੀਵਾ ਜਗਾਣਾ, ਤੇ ਮੇਰੀ ਮਨੌਤ ਇਹ ਹੋਏ ਕਿ ਮੈਨੂੰ ਸੁੱਖ ਪੀਰ ਕੋਲੋਂ ਮਿਲਣੇ ਨੇ, ਤਾਂ ਮੇਰੀ ਹਉਮੈ ਹੋ ਗਈ ਨਾ। ਕਿਉਂਕਿ ਗੁਰੂ ਜੀ ਮੈਨੂੰ ਕਹਿ ਰਹੇ ਨੇ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ, ਤ੍ਰਿਸ਼ਨਾ ਰਾਜ ਨਾ ਪਰ ਕਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ। ਲੇਕਿਨ ਜੇ ਮੈਂ ਫਿਰ ਵੀ ਮੜੀਆਂ ਕਬਰਾਂ ਤੇ ਦੀਵੇ ਜਗਾਨਾ ਤਾਂ ਫਿਰ ਹਉਮੈ ਹੀ ਹੈ ਨਾ। ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬੋਰਾਨੰ, ਜਾਂ ਬਾਣੀ ਗੁਰੂ, ਗੁਰੂ ਹੈ ਬਾਣੀ। ਤੇ ਫਿਰ ਵੀ ਮੈਂ ਦੇਹਧਾਰੀਆਂ ਨੂੰ ਮੱਥੇ ਟੇਕਾਂ ਜਾਂ ਦੇਹਧਾਰੀ ਨੂੰ ਗੁਰੂ ਮੰਨਾਂ ਤਾਂ ਇਹ ਮੇਰੀ ਹਉਮੈ ਹੋਏਗੀ ਨਾ, ਕਿਉਂਕਿ ਮੈਂ ਗੁਰੂ ਦੀ ਗੱਲ ਨੂੰ ਫੋਲੋ ਨਹੀਂ ਨਾ ਕਰ ਰਿਹਾ। ਗੁਰੂ ਜੀ ਸਾਨੂੰ ਸਮਝਾਉਂਦੇ ਨੇ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰੂ ਜੀ ਸਾਨੂੰ ਸਮਝਾਣ ਕਿ ਗੁਰਸਿੱਖ ਮਿੱਤਰੋ, ਆਪਣੇ ਦੇਖੋ ਮਿੱਤਰ ਕਹਿ ਕੇ ਬੁਲਾਉਣ ਤੇ ਕਹਿਣ ਗੁਰੂ ਦੇ ਦੱਸੇ ਰਾਹ ਤੇ ਤੁਰੋ। ਤੇ ਮੈਂ ਕਹਾਂ ਨਾ ਸਾਡੇ ਵੱਡੇ ਮਹਾਂਪੁਰਸ਼ਾਂ ਦੀ ਮਰਿਆਦਾ ਤੇ ਐਵੇਂ ਹੈ, ਸਾਡੇ ਛੋਟੇ ਮਹਾਂਪੁਰਸ਼ ਇੰਝ ਕਹਿੰਦੇ ਨੇ, ਵੱਡੇ ਮਹਾਂਪੁਰਸ਼ ਇੰਝ ਕਹਿੰਦੇ ਨੇ, ਤਾਂ ਇਹ ਮੇਰੀ ਈਗੋ ਹੋ ਗਈ ਨਾ, ਕਿਉਂਕਿ ਮੈਂ ਗੁਰੂ ਦੀ ਗੱਲ ਨੂੰ ਨਹੀਂ ਮੰਨ ਰਿਹਾ। ਤਾਂ ਸਭ ਤੋਂ ਪਹਿਲਾਂ ਆਪਣੀ ਜਿਹੜੀ ਇਹ ਮੱਤ ਹੈ ਨਾ, ਇਹਨੂੰ ਪਾਸੇ ਕਰਨਾ ਪਵੇਗਾ। ਗੁਰੂ ਸ਼ਬਦ ਰਾਹੀਂ ਇਸ ਈਗੋ ਨੂੰ ਸਾੜਨਾ ਹੋਏਗਾ, ਇਸ ਹਉਮੈ ਨੂੰ ਛੱਡਣਾ ਹੋਏਗਾ। ਅਗਲਾ ਰਾਸਤਾ ਫਿਰ ਸ਼ੁਰੂ ਹੋ ਜਾਏਗਾ। ਇਸ ਲਈ ਗੁਰੂ ਜੀ ਸਮਝਾ ਰਹੇ ਨੇ ਕਿ हे ਸਿੱਧੋ ਜੋਗਿਓ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਹੈ, ਉਹ ਤਤ ਗਿਆਨ ਦੀ ਵਿਚਾਰ ਕਰਦਾ ਹੈ ਔਰ ਆਪਣੀ ਹਉਮੈ ਨੂੰ, ਆਪਣੇ ਵੱਖਰੇਪਨ ਨੂੰ ਗੁਰੂ ਦੇ ਗਿਆਨ ਰਾਹੀਂ ਸਾੜ ਦਿੰਦਾ ਹੈ। ਉਹਦੇ ਅੰਦਰ ਫਿਰ ਮੇਰ ਤੇਰ ਦੇ ਵਿਤਕਰੇ ਨਹੀਂ ਰਹਿੰਦੇ। ਉਹ ਆਪਣੇ ਆਪ ਨੂੰ ਰੱਬ ਨਾਲੋਂ ਵੱਖਰਾ ਨਹੀਂ ਸਮਝਦਾ। ਤਨ ਮਨ ਨਿਰਮਲ, ਨਿਰਮਲ ਬਾਣੀ ਸਾਚੈ ਰਹਿ ਸਮਾਏ। ਸਾਚੇ ਰਹੇ ਸਮਾਏ ਦਾ ਮਤਲਬ ਜੋ ਸੱਚੇ ਦੇ ਅੰਦਰ ਲੀਨ ਰਹਿੰਦਾ ਹੈ, ਜਿਹਦੀ ਸੁਰਤ ਸੱਚੇ ਰੱਬ ਵਿੱਚ ਜੁੜੀ ਰਹਿੰਦੀ ਹੈ, ਜਿਹਦੀ ਸੁਰਤ ਸੱਚ ਵਿੱਚ ਜੁੜੀ ਹੈ, ਦਇਆ ਵਿੱਚ, ਪ੍ਰੇਮ ਵਿੱਚ, ਨਿਰਭੈਤਾ ਵਿੱਚ, ਨਿਰਵੈਰਤਾ ਵਿੱਚ, ਰੱਬੀ ਰਜਾ ਦੇ ਅੰਦਰ ਜੋ ਰਾਜੀ ਹੈ, ਉਹਦੀ ਹੁਣ ਨਿਸ਼ਾਨੀ ਦੱਸਦੇ ਨੇ। ਇਹ ਨਹੀਂ ਕਿ ਉਹ ਸੰਸਾਰ ਨੂੰ ਛੱਡ ਕੇ ਚਲਾ ਜਾਏਗਾ, ਜਾਂ ਉਹ ਸਣੇ ਦੇ ਹੀ ਕਿਤੇ ਆਕਾਸ਼ ਵੱਲ ਉੱਡ ਜਾਏਗਾ, ਜਾਂ ਉਹ ਸਮਾਜ ਨਾਲੋਂ ਆਪਣਾ ਸੰਬੰਧ ਤੋੜੇਗਾ, ਜਾਂ ਉਹ ਆਪਣੇ ਕੰਮਕਾਰ ਛੱਡ ਦੇਵੇਗਾ। ਐਵੇਂ ਨਹੀਂ ਹੈ, ਸਗੋਂ ਉਹਦੀ ਜ਼ਿੰਦਗੀ ਤਨ ਮਨ ਨਿਰਮਲ, ਨਿਰਮਲ ਬਾਣੀ, ਉਹਦਾ ਮਨ ਨਿਰਮਲ ਹੋਏਗਾ। ਮਨ ਦਾ ਮਤਲਬ ਸੋਚ, ਤੇ ਉਹਦਾ ਤਨ ਵੀ ਨਿਰਮਲ ਹੋਏਗਾ। ਨਿਰਮਲ ਦਾ ਮਤਲਬ ਮੈਲ ਤੋਂ ਰਹਿਤ, ਮਤਲਬ ਕਿ ਉਹ ਤਨ ਦੇ ਨਾਲ ਵੀ ਮੈਲ ਤੋਂ ਰਹਿਤ ਕੰਮ ਕਰੇਗਾ। ਜੋ ਉਹਦੇ ਕਰਮ ਨੇ ਨਾ, ਬੋਲ ਬਾਣੀ ਹੈ,
ਵਿਹਾਰ ਹੈ, ਕਿਰਤਕਾਰ ਹੈ, ਉਹਦਾ ਤੱਕਣਾ ਹੈ, ਉਹਦਾ ਸੁਣਨਾ ਹੈ, ਇਹ ਸਭ ਮੈਲ ਤੋਂ ਰਹਿਤ ਹੋਣਗੇ। ਤਨ ਨਿਰਮਲ ਦਾ ਮਤਲਬ ਉਹ ਕੰਨਾਂ ਨਾਲ ਕਿਸੇ ਦੀ ਬਦਖੋਈ ਨਹੀਂ ਸੁਣੇਗਾ, ਜ਼ਬਾਨ ਨਾਲ ਕਿਸੇ ਦੀ ਬਦਖੋਈ ਨਹੀਂ ਕਰੇਗਾ, ਝੂਠ ਫਰੇਬ ਨਹੀਂ ਬੋਲੇਗਾ, ਸੱਚ ਬੋਲੇਗਾ, ਹੱਥਾਂ ਨਾਲ ਬੇਗਾਨੇ ਹੱਕ ਨਹੀਂ ਖਾਏਗਾ, ਪੈਰਾਂ ਨਾਲ ਕਿਤੇ ਮਾੜੇ ਪਾਸੇ ਤੁਰ ਕੇ ਨਹੀਂ ਜਾਏਗਾ। ਤੇ ਮਨ ਨਿਰਮਲ ਦਾ ਮਤਲਬ ਉਹਦੀ ਮੈਂਟੈਲਿਟੀ, ਸੋਚ ਉਹਦੀ ਵਿਕਾਰਾਂ ਤੋਂ ਰਹਿਤ ਹੋਏਗੀ, ਨਿਰਮਲ ਹੋਏਗੀ, ਮੈਲ ਤੋਂ ਰਹਿਤ। ਨਿਰਮਲ ਬਾਣੀ, ਬਾਣੀ ਦਾ ਮਤਲਬ ਬੋਲ ਬਾਣੀ, ਉਹਦੀ ਜੋ ਬੋਲ ਬਾਣੀ ਹੈ, ਬੋਲ ਨੇ ਉਹ ਵੀ ਮੈਲ ਤੋਂ ਰਹਿਤ ਹੋਣਗੇ। ਉਹਦੇ ਬੋਲਾਂ ਵਿੱਚ ਚਲਾਕੀ ਨਹੀਂ ਹੋਏਗੀ, ਉਹਦੇ ਬੋਲਾਂ ਵਿੱਚ ਹੇਰਾਫੇਰੀ ਨਹੀਂ ਹੋਏਗੀ, ਉਹ ਆਪਣੇ ਬੋਲਾਂ ਦੇ ਨਾਲ ਕਿਸੇ ਨੂੰ ਨੀਵਾਂ ਨਹੀਂ ਦਿਖਾਏਗਾ, ਉਹਦੇ ਬੋਲ ਖਰਵੇ ਨਹੀਂ ਹੋਣਗੇ, ਉਹਦੇ ਬੋਲ ਬੜੇ ਮਿੱਠੇ ਔਰ ਪਿਆਰੇ ਹੋਣਗੇ, ਬਹੁਤ ਮਿੱਠੇ, ਬੜੇ ਪਿਆਰੇ। ਉਹ ਜੇ ਕਿਸੇ ਨੂੰ ਗਲਤੀ ਵੀ ਕਿਸੇ ਦੀ ਦੱਸੇਗਾ ਨਾ, ਤਾਂ ਬੜੇ ਨਿਮਰਤਾ ਨਾਲ, ਬੜੇ ਪਿਆਰ ਦੇ ਨਾਲ। ਅਸੀਂ ਤੇ ਕਿਸੇ ਦਾ ਗੁਣ ਵੀ ਐਵੇਂ ਬਿਆਨ ਕਰਨੇ ਆ ਵੀ ਅਗਲੇ ਨੂੰ ਸਮਝਦਾ ਵੀ ਲੜ ਰਿਹਾ ਹੈ, ਤਾਂ ਬੋਲ ਬਾਣੀ ਦੇ ਅੰਦਰ ਮਿਠਾਸ, ਨਿਮਰਤਾ, ਸਚਾਈ, ਪਿਆਰ, ਦਇਆ, ਨਿਰਭੈਤਾ, ਨਿਰਵੈਰਤਾ, ਇਹ ਉਸ ਇਨਸਾਨ ਦੇ ਅੰਦਰ ਹੋਏਗੀ। ਆਮ ਸਿਆਣੇ ਬੰਦੇ ਕਹਿੰਦੇ ਨੇ ਨਾ ਕਿ ਆ ਸਰੀਰ ਇੱਕ ਦੁਕਾਨ ਹੈ ਤੇ ਜ਼ਬਾਨ ਇਹਦਾ ਤਾਲਾ ਹੈ, ਜਿੰਦਰਾ। ਜਦੋਂ ਜਿੰਦਰਾ ਖੁੱਲਦਾ ਹੈ ਨਾ, ਤੇ ਸਮਝ ਆਉਂਦੀ ਹੈ ਕਿ ਇਹ ਦੁਕਾਨ ਕੋਲਿਆਂ ਦੀ ਹੈ ਕਿ ਹੀਰਿਆਂ ਦੀ ਹੈ। ਜ਼ਬਾਨ ਤੋਂ ਪਤਾ ਲੱਗ ਜਾਣਾ ਨਾ, ਪਹਿਲੇ ਬੋਲ ਤੋਂ ਪਤਾ ਲੱਗ ਜਾਏਗਾ, ਬੋਲ ਬਾਣੀ ਤੋਂ, ਕਿ ਬੰਦਾ ਕਿੱਥੇ ਖੜਾ ਹੈ, ਇਹਦੀ ਮਾਨਸਿਕਤਾ ਕਿੱਥੇ ਖੜੀ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਜੋ ਸੱਚੇ ਦੇ ਅੰਦਰ ਸਮਾਏ ਰਹਿੰਦੇ ਨੇ, ਉਹ ਤਨ, ਮਨ ਔਰ ਬਾਣੀ ਕਰਕੇ ਨਿਰਮਲ ਹੋ ਜਾਂਦੇ ਨੇ। ਨਾਮੇ ਨਾਮ ਰਹੇ ਬੈਰਾਗੀ, ਸਾਚ ਰੱਖਿਆ ਉਰ ਧਾਰੇ। ਉਰ ਦਾ ਮਤਲਬ ਹਿਰਦਾ, ਸੋਚ। ਨਾਮੇ ਨਾਮ ਦਾ ਮਤਲਬ ਨਾਮ ਹੀ ਨਾਮ ਵਿੱਚ, ਯਾਨੀ ਨਿਰੋਲ ਰੱਬੀ ਹੁਕਮ ਦੇ ਅੰਦਰ। ਜਿਨ੍ਹਾਂ ਨੇ ਸੱਚ ਨੂੰ ਹਿਰਦੇ ਦੇ ਅੰਦਰ ਧਾਰਨ ਕਰ ਲਿਆ ਹੈ, ਸਾਚ ਰੱਖਿਆ ਉਰ ਧਾਰੇ, ਜਿਨ੍ਹਾਂ ਦੀ ਹਿਰਦੇ ਅੰਦਰ, ਮੈਂਟੈਲਿਟੀ ਦੇ ਅੰਦਰ ਸੱਚ ਟਿਕ ਗਿਆ ਹੈ, ਉਹ ਬੈਰਾਗੀ, ਵੈਰਾਗਵਾਨ, ਪਿਆਰ ਵਾਲੇ। ਨਾਮੇ ਨਾਮ ਰਹੇ ਦਾ ਮਤਲਬ ਨਾਮ ਹੀ ਨਾਮ ਦੇ ਵਿੱਚ ਲੀਨ ਰਹਿੰਦੇ ਨੇ। ਨਾਮ ਦਾ ਮਤਲਬ ਹੁਕਮ, ਰਜਾ, ਭਾਣਾ, ਸਿਸਟਮ। ਉਹ ਫਿਰ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਂਦੇ ਨੇ। ਜਿਨ੍ਹਾਂ ਨੇ ਸੱਚ ਨੂੰ ਸਮਝ ਲਿਆ ਹੈ, ਸੱਚ ਨੂੰ ਹਿਰਦੇ ਵਿੱਚ ਟਿਕਾ ਲਿਆ ਹੈ, ਉਹ ਫਿਰ ਹੁਕਮ ਤੋਂ ਬਾਹਰ ਨਹੀਂ ਜਾਂਦੇ, ਉਹ ਆਪ ਖੁਦਰੀ ਜ਼ਿੰਦਗੀ ਨਹੀਂ ਜੀਂਦੇ। ਮਨ, ਬਚਨ ਔਰ ਕਰਮ ਕਰਕੇ ਉਹ ਸੱਚ ਦੇ ਧਾਰਨੀ ਨੇ, ਰੱਬੀ ਰਜਾ ਵਿੱਚ ਤੁਰਦੇ ਨੇ। ਜੇ ਅਸੀਂ ਬਿਲਕੁਲ ਸੌਖੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਉਹ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਂਦੇ ਨੇ। ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਸੱਚੇ ਨੇ, ਔਰ ਮਨ, ਬਚਨ, ਕਰਮ ਕਰਕੇ ਹੁਕਮ ਨੂੰ ਮੰਨ ਰਹੇ ਨੇ। ਅਖੀਰਲੀ ਪੰਕਤੀ ਵਿੱਚ ਕਹਿ ਰਹੇ ਨੇ, ਨਾਨਕ ਬਿਨ ਨਾਵੇਂ ਜੋਗ ਕਦੇ ਨਾ ਹੋਵੇ, ਦੇਖੋ ਹਿਰਦੈ ਵਿਚਾਰੇ। ਦੇਖੋ ਹਿਰਦੈ ਵਿਚਾਰੇ ਦਾ ਮਤਲਬ ਤੁਸੀਂ ਆਪ ਵਿਚਾਰ ਕੇ ਵੇਖ ਲਓ। ਜੋਗੀਆਂ ਨੂੰ ਕਹਿ ਰਹੇ ਨੇ ਆਪ ਵਿਚਾਰ ਕੇ ਵੇਖ ਲਓ, ਤੁਹਾਨੂੰ ਕਹਿ ਰਹੇ ਨੇ, ਮੈਨੂੰ ਕਹਿ ਰਹੇ ਨੇ, ਸਾਰੀ ਮਨੁੱਖਤਾ ਨੂੰ ਕਹਿ ਰਹੇ ਨੇ ਕਿ ਤੁਸੀਂ ਆਪ ਵਿਚਾਰ ਕੇ ਵੇਖ ਲਓ। ਆਪ ਵਿਚਾਰਨ ਦਾ ਮਤਲਬ ਨਿੱਜੀ ਤਜਰਬੇ ਤੋਂ, ਤੁਹਾਡਾ ਆਪਣਾ ਤਜਰਬਾ, ਸੈਲਫ ਐਕਸਪੀਰੀਅੰਸ ਕੀ ਕਹਿੰਦਾ ਤੁਹਾਡਾ। ਗੁਰੂ ਜੀ ਕਹਿੰਦੇ ਨੇ ਮੈਂ ਇਹ ਗੱਲ ਕਹਿ ਰਿਹਾ, ਬਿਨ ਨਾਵੇਂ ਜੋਗ ਕਦੇ ਨਾ ਹੋਈ। ਨਾਵੇਂ ਦਾ ਮਤਲਬ ਹੁਕਮ, ਜੋਗ ਦਾ ਮਤਲਬ ਜੁੜਨਾ। ਰੱਬੀ ਰਜਾ ਵਿੱਚ ਤੁਰਨ ਤੋਂ ਬਿਨਾ ਕਦੇ ਵੀ ਰੱਬ ਦੇ ਨਾਲ ਜੁੜਿਆ ਨਹੀਂ ਜਾ ਸਕਦਾ, ਮਿਲਾਪ ਨਹੀਂ ਹੁੰਦਾ। ਦੇਖੋ ਹਿਰਦੇ ਵਿਚਾਰੇ, ਤੁਸੀਂ ਆਪ ਵਿਚਾਰ ਕੇ ਵੇਖ ਲਓ, ਨਿੱਜੀ ਤਜਰਬੇ ਤੋਂ ਵੇਖ ਲਓ। ਹੁਣ ਕਿੰਨਾ ਅਸੀਂ ਆਪਣੇ ਤਜਰਬੇ ਤੋਂ ਵੇਖ ਸਕਦੇ ਹਾਂ ਨਾ ਕਿ ਸਾਡੀ ਜ਼ਿੰਦਗੀ ਜਿੰਨੀ ਜਿੰਨੀ ਕਿਸ ਦੀ ਹੋਊਗੀ, ਮੇਬੀ ਅਸੀਂ 50 ਤੋਂ ਤੇ ਸਾਰੇ ਉੱਤੇ ਹੀ ਆ, ਕਰੀਬ ਕਰੀਬ, ਕੁਛ ਵਿੱਚ ਘੱਟ ਵੀ ਹੋ ਸਕਦੇ ਨੇ, ਪਰ ਜ਼ਿਆਦਾ ਅਸੀਂ 50 ਤੋਂ ਉੱਤੇ ਆ, ਕੋਈ 60, ਕੋਈ 65, 70, ਘੱਟ ਵੱਧ। ਤਾਂ ਇਹਦਾ ਮਤਲਬ ਸਾਡੇ ਕੋਲ 50-50 ਸਾਲ ਦਾ ਤਜਰਬਾ ਤਾਂ ਹੈ ਹੀ ਹੈ ਨਾ। ਤੇ ਇਹ ਤਜਰਬਾ ਸਾਡੇ ਕੋਲ ਕਾਹਦਾ ਹੈ ਕਿ ਅਸੀਂ ਪਾਠ ਵੀ ਕੀਤਾ ਹੈ, ਸੇਵਾ ਵੀ ਕੀਤੀ ਹੈ, ਜਿਹੜੇ ਧਰਮ ਕਰਮ ਸਾਨੂੰ ਦੱਸੇ ਗਏ ਨੇ ਉਹ ਵੀ ਕੀਤੇ ਨੇ, ਤੀਰਥਾਂ ਆਦਿਕ ਤੇ ਇਸ਼ਨਾਨ ਵੀ ਕੀਤਾ ਹੈ, ਵਰਤ ਨਰਾਤੇ ਵੀ ਕੀਤੇ ਨੇ, ਪਾਠ ਕੀਤੇ ਕਰਾਏ ਵੀ ਨੇ। ਇਹ ਤਜਰਬਾ ਤੇ ਸਾਡੇ ਸਾਰਿਆਂ ਕੋਲ ਹੈ ਨਾ। ਸਾਡਾ ਹੁਣ ਤੱਕ ਦਾ ਤਜਰਬਾ ਕੀ ਕਹਿੰਦਾ ਹੈ?
ਕਿ ਇਹੋ ਜਿਹੀ ਜ਼ਿੰਦਗੀ ਜੀਣ ਦੇ ਨਾਲ ਰੱਬ ਸਾਨੂੰ ਮਿਲਿਆ, ਇਹ ਅਸੀਂ ਆਪਣੇ ਤਜਰਬੇ ਤੋਂ ਵੀ ਵੇਖ ਸਕਦੇ ਹਾਂ ਜਦੋਂ ਅਸੀਂ ਨਿਸ਼ਪਕਸ਼ ਹੋ ਕੇ ਸੋਚਾਂਗੇ ਨਾ ਕਿ ਜਿਹੋ ਜਿਹੀ ਅਸੀਂ ਜ਼ਿੰਦਗੀ ਜੀਵੀ ਉਹਦਾ ਰਿਜ਼ਲਟ ਤੇ ਇਹ ਨਿਕਲਿਆ, ਉਹਦਾ ਰਿਜ਼ਲਟ ਤੇ ਜਿਹੜਾ ਨਿਕਲਣਾ ਚਾਹੀਦਾ ਸੀ, ਜੋ ਅਸੀਂ ਸਮਝਦੇ ਹਾਂ ਉਹ ਤਾਂ ਨਿਕਲਿਆ ਨਹੀਂ। ਤਾਂ ਇਹ ਹਕੀਕਤ ਹੈ, ਗੁਰੂ ਸਾਹਿਬ ਜੀ ਕਹਿੰਦੇ ਨੇ ਬਿਨ ਨਾਮੈ ਜੋਗ ਕਦੇ ਨਾ ਹੋਵੇ, ਕਿ ਬਿਨਾਂ ਰੱਬੀ ਹੁਕਮ ਵਿੱਚ ਤੁਰਨ ਤੋਂ, ਸੱਚ ਨੂੰ ਸਮਝ ਕੇ ਸੱਚੀ ਜ਼ਿੰਦਗੀ ਜੀਣ ਤੋਂ ਬਿਨਾਂ ਕਦੇ ਵੀ ਰੱਬ ਦਾ ਮਿਲਾਪ ਨਹੀਂ ਹੁੰਦਾ। ਦੇਖੋ ਹਿਰਦੇ ਵਿਚਾਰੇ ਜੋਗੀਓ, ਤੁਸੀਂ ਆਪ ਵਿਚਾਰ ਕੇ ਵੇਖ ਲਓ ਕਿ ਕੀ ਜੰਗਲਾਂ ਵਿੱਚ ਵਿਚਰ ਕੇ ਹੁਣ ਤੱਕ ਤੁਹਾਨੂੰ ਕੋਈ ਪ੍ਰਾਪਤੀ ਹੋ ਗਈ ਹੈ? ਜਾਂ ਐਵੇਂ ਸਮਾਜ ਦਾ ਭਲਾ ਹੋ ਸਕਦਾ ਹੈ, ਸੰਸਾਰ ਦਾ ਭਲਾ ਹੋ ਸਕਦਾ ਹੈ ਜੇ ਸਾਰੇ ਜੋਗੀ ਬਣ ਜਾਣ, ਸਾਰੇ ਬਾਬੇ ਬਣ ਜਾਣ, ਸਾਰੇ ਭੋਰਿਆਂ ਵਿੱਚ ਵੜ ਜਾਣ, ਪਹਾੜਾਂ ਤੇ ਜਾ ਚੜਨ, ਤਾਂ ਕੀ ਇਹ ਦੁਨੀਆ ਚੱਲ ਸਕਦੀ ਹੈ? ਜਾਂ ਐਵੇਂ ਕੋਈ ਸਮਾਜ ਦੀ ਤਰੱਕੀ ਹੋ ਸਕਦੀ ਹੈ? ਜਾਂ ਇਹਨਾਂ ਚੀਜ਼ਾਂ ਦਾ ਕੋਈ ਆਤਮਿਕ ਲਾਭ ਹੈ? ਬਿਲਕੁਲ ਵੀ ਨਹੀਂ ਹੈ। ਤੇ ਜੇ ਦੂਜੇ ਪਾਸੇ ਸੋਚੀਏ ਕਿ ਬੰਦਾ ਮਨ ਬਚਨ ਕਰਮ ਕਰਕੇ ਸੱਚ ਬੋਲੇ, ਸ਼ੁਭ ਗੁਣਾਂ ਦਾ ਬੰਦਾ ਧਾਰਨੀ ਹੋਵੇ, ਤਾਂ ਫਿਰ ਦੇਖੋ ਜੀਵਨ ਦਾ ਰਿਜ਼ਲਟ ਕੀ ਨਿਕਲੇਗਾ। ਇਹ ਤਾਂ ਨਿੱਜੀ ਤਜਰਬਾ ਵੀ ਕਹਿੰਦਾ ਹੈ, ਚੌਗਿਰਦੇ ਅਸੀਂ ਵੇਖਦੇ ਹਾਂ ਇਹ ਵੀ ਕਹਿੰਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਪਿਆਰਿਓ, ਰੱਬੀ ਹੁਕਮ ਵਿੱਚ ਤੁਰਨ ਤੋਂ ਬਿਨਾਂ, ਗਿਆਨ ਗੁਰੂ ਦੀ ਅਗਵਾਈ ਵਿੱਚ ਤੁਰਨ ਤੋਂ ਬਿਨਾਂ, ਸੱਚ ਨੂੰ ਸਮਝਣ ਤੋਂ ਬਿਨਾਂ, ਸੱਚੀ ਜ਼ਿੰਦਗੀ ਜੀਣ ਤੋਂ ਬਿਨਾਂ ਕਦੇ ਵੀ ਰੱਬੀ ਮਿਲਾਪ ਨਹੀਂ ਹੁੰਦਾ। ਇਸ ਲਈ ਇਹਨਾਂ ਬਾਕੀ ਸਾਧਨਾਂ ਨੂੰ ਛੱਡ ਕੇ, ਬਾਕੀ ਕਰਮ ਕਾਂਡਾਂ ਨੂੰ ਛੱਡ ਕੇ ਗੁਰੂ ਦੀ ਪਾਵਨ ਬਾਣੀ ਨਾਲ ਜੁੜੋ, ਗੁਰਬਾਣੀ ਨੂੰ ਆਪ ਪੜ੍ਹੋ, ਗੁਰਬਾਣੀ ਦੇ ਅਰਥ ਭਾਵਾਂ ਨੂੰ ਵਿਚਾਰੋ, ਯੂਨੀਵਰਸਲ ਟਰੁੱਥ ਨੂੰ ਸਮਝੋ ਔਰ ਸੱਚੀ ਜ਼ਿੰਦਗੀ ਜੀ ਕੇ ਆਪਣਾ, ਆਪਣੇ ਪਰਿਵਾਰ ਦਾ ਔਰ ਇਸ ਸਮਾਜ ਦਾ ਭਲਾ ਕਰਨ ਦਾ ਯਤਨ ਕਰੋ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਅੱਜ ਦੀ ਇਸ ਵਿਚਾਰ ਵਿੱਚ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਸਵਾਲ ਪੁੱਛ ਸਕਦੇ ਹੋ, ਔਰ ਜੇ ਕਿਸੇ ਨੇ ਆਪਣੀ ਵਿਚਾਰ ਦੇਣੀ ਹੋਵੇ ਤਾਂ ਵਿਚਾਰ ਦੇ ਸਕਦੇ ਹੋ। ਵੀਰ ਤਰਲੋਚਨ ਸਿੰਘ ਜੀ ਹੁਣ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ, ਤਾਂ ਅਨਮਿਊਟ ਹੋ ਜਾਓ ਜਿਨ੍ਹਾਂ ਵੀਰਾਂ ਭੈਣਾਂ ਨੇ ਕੋਈ ਸਵਾਲ ਪੁੱਛਣਾ ਹੈ। ਬਾਕੀ ਜੋ ਫੇਸਬੁੱਕ ਤੇ ਮੇਰੇ ਵੀਰ ਭੈਣਾਂ ਸਰਵਣ ਕਰ ਰਹੇ ਨੇ, ਆਪ ਸਾਰਿਆਂ ਦਾ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗਿਆਨੀ ਜੀ, ਹਮੇਸ਼ਾ ਦੀ ਤਰ੍ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਆਪ ਜੀ ਨੇ ਸਾਰਿਆਂ ਨੇ ਸੁਣ ਹੀ ਲਿਆ ਜੀ, ਅੱਜ ਦੀ ਕਥਾ ਸਮਾਪਤ ਆ, ਤੇ ਆਪਣੇ ਆਪਣੇ ਸਵਾਲ ਜਿਹੜੇ ਹੈਗੇ ਆ ਜੋ ਕੋ ਕਰਨੇ ਤੁਸੀਂ, ਤਾਂ ਜ਼ਰੂਰ ਗਿਆਨੀ ਜੀ ਨੂੰ ਪੁੱਛੋ। ਕਿ ਵਿਚਾਰ ਵੀ ਦੇਣਾ ਅੱਜ ਦੀ ਕਥਾ ਦੇ ਵਿੱਚੋਂ ਉਹ ਵੀ ਜ਼ਰੂਰ ਦਿਓ। ਮੈਂ ਸ਼ੋਰ ਆ ਕਿ ਕਾਫੀ ਤੁਹਾਡੇ ਕੋਲ ਹੋਣਗੇ ਇੱਦਾਂ ਦੇ ਵਿਚਾਰ ਵੀ ਦੇਣ ਵਾਸਤੇ, ਤਾਂ ਤੁਸੀਂ ਇੱਦਾਂ ਸੰਗਿਆ ਨਾ ਕਰੋ। ਤੇ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪਣੇ ਵਿਚਾਰ ਵੀ ਦੇਵੋ। ਹਾਂਜੀ, ਸਾਡੇ ਨਾਲ ਇਸ ਟਾਈਮ ਤੇ 2 ਜਣੇ ਅਨਮਿਊਟ ਆ ਜੀ, ਤੇ ਉਹਦੇ ਬਾਅਦ 'ਚ ਮੈਂ ਹੋਰਨਾਂ ਨੂੰ ਵੀ ਕਹੂੰਗਾ ਕਿ ਉਹ ਵੀ ਹੋ ਜਾਣ। ਤੇ ਪਹਿਲਾਂ ਸਾਰਿਆਂ ਤੋਂ ਸਾਡੇ ਨਾਲ ਅਨਮਿਊਟ ਸੀਗੇ ਜੀ ਸੁਰਿੰਦਰ ਕੌਰ ਟੂ, ਤੇ ਤੁਸੀਂ ਆਪਣਾ ਕਰੋ ਜੀ। ਹਾਂਜੀ ਗਿਆਨੀ ਜੀ, ਤ੍ਰਿਭਵਨ ਦਾ ਮੀਨਿੰਗ ਦੱਸ ਦੋਗੇ ਦੁਬਾਰਾ? ਤ੍ਰਿਭਵਨ ਦਾ ਮਤਲਬ ਹੈ ਕਿ 3 ਲੋਕ, ਆਕਾਸ਼, ਪਤਾਲ ਔਰ ਮਾਤਲੋਕ। ਯਾਨੀ ਤ੍ਰਿਭਵਨ ਦਾ ਮਤਲਬ ਸਾਰਾ ਸੰਸਾਰ। ਹਾਂਜੀ, ਆਕਾਸ਼, ਪਤਾਲ ਤੇ ਮਾਤਲੋਕ ਜਿਹਨੂੰ ਕਹਿ ਦਿੰਦੇ ਆ, ਯਾਨੀ ਉੱਚੀਆਂ ਥਾਵਾਂ, ਨੀਵੀਆਂ ਥਾਵਾਂ ਤੇ ਮੈਦਾਨੀ ਇਲਾਕਾ, ਸਾਰਾ ਸੰਸਾਰ। ਓਕੇ, ਥੈਂਕ ਯੂ। ਹਾਂਜੀ, ਇਹ ਬੜੀ ਲੰਬੀ ਚੌੜੀ ਮਤਲਬ ਵਿਚਾਰ ਵਟਾਂਦਰਾ ਕੀਤਾ ਗੁਰੂ ਜੀ ਨੇ ਸਿੱਧਾਂ ਨਾਲ ਤੇ ਯੋਗੀਆਂ ਨਾਲ। ਕੀ ਉਹਨਾਂ ਨੇ ਫਿਰ ਇਸ ਸਿੱਖਿਆ ਨੂੰ ਅਪਣਾਇਆ? ਬਿਲਕੁਲ ਅਪਣਾਇਆ ਜੀ, ਬਹੁਤਿਆਂ ਨੇ ਅਪਣਾਇਆ ਉਹਨਾਂ ਵਿੱਚ। ਅੱਛਾ, ਹਾਂਜੀ। ਕਿਉਂਕਿ ਸੱਚਾਈ ਇਹੀ ਸੀ ਅਸਲ ਦੇ ਵਿੱਚ। ਪੈਨ ਪਤਾ ਕੀ ਹੁੰਦਾ ਹੈ, ਜਦੋਂ ਮੈਨੂੰ ਕੋਈ ਜ਼ਿੰਦਗੀ ਦੇ ਵਿੱਚ ਦੁੱਖ ਹੋਏ ਨਾ, ਤੇ ਮੈਂ ਉਹਦੇ ਵਾਸਤੇ ਖੋਜ ਕਰ ਰਿਹਾ ਹੋਵਾਂ ਸੁੱਖ ਵਾਸਤੇ, ਤੇ ਉਹ ਮੈਨੂੰ ਮਿਲ ਨਾ ਰਿਹਾ ਹੋਵੇ, ਮੇਰਾ ਗੋਲ, ਤੇ ਜੇ ਕੋਈ ਮੈਨੂੰ ਦੱਸ ਦੇਵੇ ਵੀ ਤੇਰਾ ਗੋਲ ਤੇ ਅਗਲੀ ਲਾਈਟ ਤੋਂ ਖੱਬੇ ਪਾਸੇ ਜਾਏ ਤੇ ਨਾਲ ਹੀ ਤੇਰਾ ਗੋਲ ਹੈਗਾ, ਤਾਂ ਮੈਂ ਉਹਨੂੰ ਅਪਣਾ ਲਵਾਂਗਾ। ਉਹਨਾਂ ਨੇ ਅਪਣਾਇਆ, ਬਹੁਤਿਆਂ ਨੇ ਜਿਹੜੇ ਸਿਆਣੇ ਲੋਕ ਸਨ। ਤੇ ਜਿਹੜੇ ਸਿਰਫ ਲੋਕਾਂ ਨੂੰ ਠੱਗਣ ਵਾਸਤੇ ਸਨ, ਉਹਨਾਂ ਨੂੰ ਤਕਲੀਫਾਂ ਵੀ ਹੋਈਆਂ। ਉਹਨਾਂ ਨੇ ਗੁਰੂ ਨਾਨਕ ਦੇਵ ਨੂੰ ਭੂਤਨਾ ਬਿਤਾਲਾ ਕੁਰਾਈਆ ਵੀ ਕਿਹਾ, ਔਰ ਉਹ ਅੱਗੇ ਜਿਹੜੇ ਨੇ ਵਧੇ ਵੀ। ਤੇ ਅੱਗੇ ਚੱਲ ਕੇ ਜਦੋਂ ਅਸੀਂ ਗੁਰੂ ਅਰਜਨ ਦੇਵ ਦੀ ਸ਼ਹੀਦੀ ਦੇ ਕਾਰਨ ਪੜ੍ਹਦੇ ਹਾਂ ਨਾ, ਤਾਂ ਇਹ ਸਾਰੇ ਮਤਲਬ ਬਾਦਸ਼ਾਹਾਂ ਤੱਕ ਪਹੁੰਚੇ ਵੀ। ਜੋਗੀ ਵੀ ਗਏ ਸ਼ਿਕਾਇਤਾਂ ਕਰਨ, ਮੁੱਲਾ ਮੁਲਾਣੇ ਵੀ ਗਏ, ਪੰਡਤ ਵੀ ਗਏ, ਬੀਰਬਲ ਰਾਹੀਂ ਬਹੁਤ ਸਾਰੀਆਂ ਸ਼ਿਕਾਇਤਾਂ। ਤਾਂ ਜਿਹੜੇ ਸਿਆਣੇ ਲੋਕ ਸਨ ਉਹਨਾਂ ਨੇ ਅਪਣਾਇਆ ਵਾਸਤਵ ਚ।
ਹਾਂਜੀ ਤੇ ਇੱਕ ਹੋਰ ਕੁਐਸਚਨ ਸੀ, ਉਹ ਇੰਨਾ ਖਾਸ ਮਹੱਤਵਤਾ ਨਹੀਂ ਰੱਖਦਾ ਕਿ ਇਹ ਜਿਹੜੀ ਇੰਨੀ ਵਿਚਾਰ ਵਟਾਂਦਰਾ ਉਹ ਯੋਗੀਆਂ ਦੇ ਧਰਮ ਸ਼ਾਸਤਰਾਂ ਵਿੱਚ ਜਾਂ ਸਿੱਧਾਂ ਦੇ ਧਰਮ ਸ਼ਾਸਤਰਾਂ ਵਿੱਚ ਵੀ ਮੌਜੂਦ ਹੈ? ਨਹੀਂ, ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਲਿਖਿਆ ਹੈ ਆਪ। ਇਹ ਔਰ ਆਪਣੀ ਇਹ ਜਿਹੜੀ ਇਹ ਬਾਣੀ ਜਿਹੜੀ ਹੈ ਗੁਰੂ ਸਾਹਿਬ ਜੀ ਨੇ, ਜੋ ਵਿਦਵਾਨ ਜਿਹੜੇ ਮੰਨਦੇ ਨੇ ਉਹ ਕਹਿੰਦੇ ਨੇ ਵੀ ਗੁਰੂ ਸਾਹਿਬ ਨੇ ਅੰਤਲੇ ਸਮੇਂ ਦੇ ਵਿੱਚ ਇੱਥੇ ਕਰਤਾਰਪੁਰ ਦੇ ਵਿੱਚ ਲਿਖੀ ਹੈ। ਔਰ ਇਹ ਗੋਸ਼ਟ ਜਿਹੜੀ ਉਹ ਅਲੱਗ-ਅਲੱਗ ਥਾਵਾਂ ਤੇ ਹੋਈ ਹੈ, ਜਿਵੇਂ ਅਚਲ ਬਟਾਲੇ ਵੀ ਹੋਈ ਹੈ, ਸੁਮੇਰ ਪਰਬਤ ਤੇ ਵੀ ਹੋਈ ਹੈ, ਔਰ ਹੋਰ ਵੀ ਥਾਵਾਂ ਤੇ ਜੋਗੀ ਮਿਲਦੇ ਰਹੇ ਨੇ। ਅਲੱਗ-ਅਲੱਗ ਥਾਵਾਂ ਤੇ ਬਹੁਤ ਸਾਰੇ ਸਵਾਲ ਉਹਨਾਂ ਨੇ ਕੀਤੇ ਨੇ, ਕਈ ਵਾਰੀ ਹੋਈ। ਓਕੇ, ਧੰਨਵਾਦ ਜੀ। ਠੀਕ ਹੈ ਜੀ, ਧੰਨਵਾਦ ਸੁਰਿੰਦਰ ਕੌਰ ਜੀ। ਤੇ ਹੁਣ ਸਾਡੇ ਨਾਲ ਹੈਗੇ ਸਤਨਾਮ ਕੌਰ ਤੇ ਸਤਵੰਤ ਕੌਰ। ਸਤਨਾਮ ਕੌਰ ਜੀ, ਤੁਸੀਂ ਪਹਿਲਾਂ ਕਰੋ ਗੱਲ। ਹਾਂਜੀ ਹਾਂਜੀ ਗਿਆਨੀ ਜੀ, ਤੁਸੀਂ ਬੜੇ ਵਿਸਤਾਰ ਨਾਲ ਸਮਝਾਉਂਦੇ ਹੋ ਓਂਕਾਰ ਦਾ ਤੇ ਸਿਹਾਰੀ ਦਾ ਮੀਨਿੰਗ, ਪਰ ਲਾਵਾਂ ਦਲਾਵਾਂ ਨਾਲ ਕੋਈ ਅਰਥ ਵਿੱਚ ਕੋਈ ਫਰਕ ਪੈਂਦਾ? ਹਾਂਜੀ ਭੈਣ ਜੀ, ਉਹ ਨਾ ਮੈਂ ਹੁਣ ਗਰੁੱਪ ਦੇ ਵਿੱਚ ਮੈਂ ਪਾਉਂਦਾ ਰਹਾਂਗਾ, ਜਿਵੇਂ ਮੈਂ ਉਹ 2 ਚੈਪਟਰ ਪਾਏ ਨੇ। ਜਿਸ ਤਰ੍ਹਾਂ ਕਿ ਇੱਕ ਲਾਈਨ ਹੈ, ਨਾਨਕ ਆਖੈ ਸੱਚ ਸੁਪਾਖੈ, ਸੱਚ ਰਪੈ ਰੰਗ ਕਬਹੁ ਨ ਜਾਵੈ। ਇਹ ਤਿੰਨੋਂ ਜਗਤ ਖਾਸ ਕਰਕੇ ਜਿਹੜੀ ਦੁਲਾਵਾਂ ਹੈ ਨਾ, ਦੁਲਾਵਾਂ ਜਿਹੜੀਆਂ ਨੇ, ਜਿਵੇਂ ਗਾਵੇ, ਇਹ ਇੱਕ ਵਚਨ ਵਾਸਤੇ ਆਉਂਦੀਆਂ ਨੇ ਆਮ ਕਰਕੇ। ਤੇ ਜਦੋਂ ਉਹ ਸ਼ਬਦ ਹੋ ਜਾਏਗਾ ਨਾ, ਜਿਵੇਂ ਆਪਾਂ ਜਪਜੀ ਸਾਹਿਬ ਵਿੱਚ ਪੜ੍ਹਨੇ ਆ, ਸੱਚਖੰਡ ਵਸੈ ਨਿਰੰਕਾਰ, ਜੀ ਉੱਥੇ ਵੱਵਾ ਔਰ ਸੱਸਾ ਤੇ ਸੱਸੇ ਤੇ ਦੁਲਾਵਾਂ ਨੇ ਵਸੈ, ਤੇ ਨਿਰੰਕਾਰ ਦੇ ਰਾਰੇ ਥੱਲੇ ਔਂਕੜ ਹੈਗਾ, ਕਿਉਂਕਿ ਵਸਣ ਵਾਲਾ ਇਕੱਲਾ ਹੈ, ਇਸ ਕਰਕੇ ਨਿਰੰਕਾਰ ਦੇ ਰਾਰੇ ਥੱਲੇ ਔਂਕੜ ਹੈ। ਔਰ ਸੱਸੇ ਦੇ ਉੱਤੇ ਦਲਾਵਾਂ ਲਾਈਆਂ ਨੇ, ਵਸਣ ਵਾਲਾ ਸਿੰਗੂਲਰ ਹੈਗਾ, ਤੇ ਥੱਲੇ ਹੈਗਾ ਤਿੱਥੈ ਭਗਤ ਵਸੈ ਕੇ ਲੋ, ਵੱਵਾ ਸੱਸਾ ਹਾਹੇ ਨਾਲ ਸਿਹਾਰੀ। ਅੱਗੇ ਕੇ ਤੇ ਲੋ ਦਾ ਜਿਹੜਾ ਐੜ ਹੈ ਨਾ, ਉਹ ਮੁਕਤਾ ਹੈਗਾ। ਕੇ ਲੋ ਦਾ ਮਤਲਬ ਕਈ ਲੋਕ। ਉੱਥੇ ਹੁਣ ਕਈ ਲੋਕ ਜਿਹੜੇ ਨੇ, ਨਾਉਨ ਜਿਹੜੀ ਹੈ ਉਹ ਬਹੁਵਚਨੀ ਹੋਣ ਕਰਕੇ ਉਹਦੀ ਜਿਹੜੀ ਕਿਰਿਆ ਹੈ ਨਾ, ਵਸ ਹੈ, ਉਹ ਵੀ ਬਹੁਵਚਨੀ ਬਣਾਈ ਹੈ, ਤੇ ਉਦੋਂ ਹਾਹੇ ਨਾਲ ਸਿਹਾਰੀ ਲੱਗੀ ਹੈ। ਤੇ ਹਾਹੇ ਨਾਲ ਸਿਹਾਰੀ ਲਗਾ ਕੇ ਤੇ ਉੱਤੇ ਫਿਰ ਬਿੰਦੀ ਦਾ ਉਚਾਰਨ ਕਰਨਾ ਪਵੇਗਾ, ਤਿੱਥੈ ਭਗਤ ਵਸੈ ਕੇ ਲੋ। ਜਦੋਂ ਲਾਵਾਂ ਆਉਣਗੀਆਂ ਉਦੋਂ ਆਮ ਕਰਕੇ ਉਹ ਸ਼ਬਦ ਇੱਕ ਵਚਨੀ ਹੁੰਦਾ ਹੈ, ਤੇ ਉਹਨੂੰ ਬਹੁਵਚਨੀ ਬਣਾਉਣ ਵਾਸਤੇ ਕਈ ਥਾਵਾਂ ਤੇ ਇੱਕ ਲਾਂ ਲਾ ਦਿੱਤੀ ਜਾਂਦੀ ਹੈ, ਔਰ ਕਈ ਥਾਵਾਂ ਤੇ ਹਾਹੇ ਨਾਲ ਸਿਹਾਰੀ ਲਗਾ ਦਿੱਤੀ ਜਾਂਦੀ ਹੈ। ਮਤਲਬ ਪੱਕਾ ਰੂਲ ਨਹੀਂ ਹੈ ਕੋਈ, ਜਿਸ ਤਰ੍ਹਾਂ ਓਂਕਾਰ ਦਾ ਪੱਕੇ ਨੇ, ਲੇਕਿਨ ਉਹ ਨਾ ਉਹਦੇ ਵਾਸਤੇ ਤੁਹਾਨੂੰ ਥੋੜੀ ਜਿਹੀ ਜ਼ਿਆਦਾ ਉਹ ਕਰਨੀ ਪੈਣੀ। ਮੈਂ ਗਰੁੱਪ ਦੇ ਵਿੱਚ ਪਾਉਂਦਾ ਰਹਾਂਗਾ, ਟਰਾਈ ਕਰਦਾ ਰਹਾਂਗਾ ਅੱਗੇ। ਤੇ ਉਹ ਜਿਹੜੇ ਮੈਂ 2 ਪਾਏ ਨੇ, ਉਹ ਤੁਸੀਂ ਮੇਰੇ ਖਿਆਲ 'ਚ ਬਹੁਤੇ ਵੀਰਾਂ ਭੈਣਾਂ ਨੇ ਪੜ੍ਹੇ ਨੇ ਜਾਂ ਨਹੀਂ? ਹਾਂਜੀ, ਉਹ ਪੜ੍ਹ ਕੇ ਤੇ ਤੁਸੀਂ ਉਹਦੇ ਵਿੱਚ ਆਪਣੀ ਜਿਹੜੀ ਜੇ ਕੋਈ ਚੀਜ਼ ਦੀ ਨਹੀਂ ਸਮਝ ਆਉਂਦੀ ਤਾਂ ਤੁਸੀਂ ਬੋਲ ਕੇ ਮੈਸੇਜ ਛੱਡ ਸਕਦੇ ਹੋ ਵਿੱਚ, ਜਾਂ ਲਿਖ ਕੇ ਛੱਡ ਸਕਦੇ ਹੋ। ਉਹਦੇ ਵਿੱਚ ਸਿਰਫ ਮਨਾਹੀ ਜਿਹੜੀ ਹੈ ਨਾ ਤੁਹਾਨੂੰ ਸਾਰੇ ਗਰੁੱਪ ਮੈਂਬਰਾਂ ਨੂੰ, ਉਹ ਇਹ ਹੈ ਕਿ ਇੱਕ ਬਾਹਰ ਦੀ ਕਿਸੇ ਵੀਡੀਓ ਵਗੈਰਾ ਦਾ ਲਿੰਕ ਨਹੀਂ ਪਾਣਾ, ਜਾਂ ਹੋਰ ਵੀਡੀਓਜ਼ ਨਹੀਂ ਪਾਣੀਆਂ। ਉਹਦਾ ਰੀਜ਼ਨ ਹੈਗਾ ਕਿ ਸਾਡੇ ਜਿਹੜੀ ਆਪਣੀ ਡਿਸਕਸ ਹੋਏਗੀ ਉਹ ਥੱਲੇ ਚਲੀ ਜਾਏਗੀ। ਉਹਦੇ ਵਿੱਚ ਤੁਸੀਂ ਆਪਣੇ ਕੋਈ ਸਵਾਲ ਪੁੱਛਣਾ ਹੋਵੇ, ਬੋਲ ਕੇ ਪੁੱਛ ਸਕਦੇ ਹੋ ਜਾਂ ਲਿਖ ਕੇ ਪੁੱਛ ਸਕਦੇ ਹੋ। ਔਰ ਜੇ ਕੋਈ ਤੁਹਾਨੂੰ ਚੀਜ਼ ਨਹੀਂ ਸਮਝ ਆਈ ਤਾਂ ਪੁੱਛ ਸਕਦੇ ਹੋ, ਔਰ ਜੇ ਸਮਝ ਆਈ, ਠੀਕ ਲੱਗੀ, ਤਾਂ ਤੁਸੀਂ ਆਪਣਾ ਕਮੈਂਟ ਦੇ ਸਕਦੇ ਹੋ ਕਿ ਠੀਕ ਹੈ ਜਾਂ ਕਿਸ ਤਰ੍ਹਾਂ, ਕਿਉਂਕਿ ਉਹਦੇ ਨਾਲ ਸਾਡਾ ਉਤਸ਼ਾਹ ਬਣਿਆ ਰਹੇਗਾ, ਔਰ ਨਾਲ ਸਾਡਾ ਜਿਹੜਾ ਗਿਆਨ ਦੇ ਵਿੱਚ ਵਾਧਾ ਹੁੰਦਾ ਰਹੇਗਾ। ਤੇ ਮੈਂ ਟਰਾਈ ਕਰਾਂਗਾ ਕਿ ਦੂਜੇ ਤੀਜੇ ਦਿਨ, ਵੈਸੇ ਤਾਂ ਮੈਂ ਰੋਜ਼ ਪਾ ਦਾਂਗਾ, ਪਰ ਰੋਜ਼ ਫਿਰ ਤੁਸੀਂ ਪ੍ਰੋਬਲਮ ਚਾਹੋਗੇ। 2 ਦਿਨ ਬਾਅਦ ਮੈਂ ਇੱਕ ਚੈਪਟਰ ਇੱਕ ਲਾਮ ਦਾ ਪਾਉਂਦਾ ਰਹਾਂਗਾ। ठीक है, थोड़ा टाइम में लेके डाइजेस्ट भी करिए ना। हाँ जी, ग्रामर इतनी इजी नहीं हैगी, थोड़ा टाइम भी मिलना चाहिए कि समझिए ध्यान नाल ना ਉਹਨੂੰ। हाँ जी, 1-2 दिन बाद मैं मतलब 2 दिन 3 दिन ਛੱਡ ਕੇ ਇੱਕ ਪਾਉਂਦਾ ਰਹਾਂਗਾ। ਸ਼ੁਕਰੀਆ ਜੀ। ਉਹਨੂੰ ਤੁਸੀਂ ਆਪਣੇ ਕੋਲ ਸੇਵ ਵੀ ਕਰ ਸਕਦੇ ਹੋ, ਹਾਂਜੀ, ਤੇ ਉਹ ਇੰਨਾ ਥੋੜਾ ਲਿਖਿਆ ਹੋਵੇਗਾ, ਜਿਹਨੂੰ ਤੁਸੀਂ ਜੇ ਯਾਦ ਵੀ ਕਰਨਾ ਚਾਹੋ ਤੇ ਯਾਦ ਵੀ ਕਰ ਸਕਦੇ ਹੋ, ਨਾ ਕਰਨਾ ਚਾਹੋ ਤਾਂ ਸਮਝ ਆ ਜਾਏਗੀ ਤੁਹਾਨੂੰ ਕਿ ਜੋ ਗੁਰਬਾਣੀ ਦੇ ਵਿੱਚ ਲਗ ਮਾਤਰਾ ਲੱਗੀਆਂ ਨੇ, ਇਹਨਾਂ ਦਾ ਕੋਈ ਖਾਸ ਮੀਨਿੰਗ ਹੈਗਾ। ਔਰ ਜੇ ਅਸੀਂ ਲਗ ਮਾਤਰਾ ਨੂੰ ਸਮਝ ਲਈਏ ਤਾਂ ਸਾਨੂੰ ਬਹੁਤ ਸਾਰੇ ਜਿਹੜੇ ਅਰਥ ਨੇ ਉਹ ਕਰਨੇ ਸੌਖੇ ਹੋ ਜਾਣਗੇ। ਤੇ ਫਿਰ ਜਿਹੜਾ ਵਖੇਵਾ ਹੈ ਨਾ ਕਿ ਕੋਈ ਅਰਥ ਕਰਦਾ, ਕੋਈ ਕਿਵੇਂ ਕਰਦਾ, ਫਿਰ ਉਹ ਨਹੀਂ ਹੋਏਗਾ, ਫਿਰ ਇੱਕ ਹੀ ਅਰਥ ਨਿਕਲੇਗਾ, ਫਿਰ ਉਹਦੀ ਸਮਝ ਆ ਜਾਏਗੀ ਸਾਨੂੰ। ਠੀਕ ਹੈ ਜੀ। ਅੱਛਾ ਜੀ, ਇੱਥੇ ਆਪਾਂ ਹੁਣ ਸਮਾਪਤੀ ਕਰਦੇ ਹਾਂ ਜੀ। ਅੱਜ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਵੀ, ਜਿਨ੍ਹਾਂ ਨੇ ਆਪਣਾ ਵਿਚਾਰ ਵੀ ਦਿੱਤੇ, ਹਿੱਸਾ ਵੀ ਲਿਆ ਗੱਲਬਾਤ ਦੇ ਵਿੱਚ, ਤੇ ਗਿਆਨੀ ਜੀ ਦਾ ਵੀ ਹਮੇਸ਼ਾ ਦੀ ਤਰ੍ਹਾਂ ਬਹੁਤ ਬਹੁਤ ਧੰਨਵਾਦ। ਕੱਲ ਨੂੰ ਕਹਿਤਾ ਜੀ, ਅੱਜ ਤਾਂ ਫਰਾਈਡੇ ਆ, ਹੁਣ ਤਾਂ ਆਪਾਂ ਮੰਡੇ ਨੂੰ ਮੁੜ ਕੇ ਆਵਾਂਗੇ। ਕੱਲ ਨੂੰ ਕਲਾਸ ਲੱਗਣੀ, ਜਿੱਦਾਂ ਸਾਰਿਆਂ ਨੂੰ ਪਤਾ ਹੀ ਆ। ਕੱਲ ਦੀ ਕਲਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਹਰੇਕ ਨੂੰ ਪਤਾ ਜਿਹੜਾ ਜ਼ੂਮ ਨੰਬਰ ਹੁੰਦਾ ਹੈ ਉਹ ਸੇਮ ਹੀ ਆ ਜੀ, ਪਿਛਲੇ ਹਫ਼ਤੇ ਵਾਲਾ ਹੀ।
ਤੇ ਬਾਕੀ ਗਿਆਨੀ ਜੀ ਪਾ ਦਿੰਦੇ ਹੁੰਦੇ ਆ ਥੋੜਾ ਚਿਰ ਪਹਿਲਾਂ, ਤਾਂ ਜੇ ਕਿਸੇ ਨੂੰ ਨਾ ਵੀ ਪਤਾ ਹੋਵੇ ਤਾਂ ਉਹ ਕਾਪੀ ਕਰ ਸਕਦੇ ਆ। ਆਪਾਂ ਮੰਡੇ ਨੂੰ ਮੁੜ ਕੇ ਇੱਥੇ ਆਵਾਂਗੇ ਜੀ 1 ਵਜੇ ਇੰਗਲੈਂਡ ਦੇ ਟਾਈਮ ਦੇ ਮੁਤਾਬਕ, ਤੇ ਉੱਤਾਂ ਹੀ ਆਪਾਂ ਛੁੱਟੀਆਂ ਲਈਏ ਸਾਰਿਆਂ ਦੇ ਕੋਲੋਂ। ਤੇ ਹੈਵ ਅ ਗੁੱਡ ਵੀਕਐਂਡ, ਕਮ ਬੈਕ ਔਨ ਮੰਡੇ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।